ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਮੁਹੰਮਦ ਖਾਲਿਦ ਮੌਜੂਦ ਨੇ। ਵੱਡੀਆਂ ਖਬਰਾਂ ਉੱਤੇ ਚਰਚਾ ਕਰਾਂਗੇ। ਵਿਸ਼ਾ ਰਹੇਗਾ ਨਸ਼ਿਆਂ ਦੇ ਖਾਤਮੇ ਬਾਰੇ। ਸਵਾਗਤ ਹੈ ਤੁਹਾਡਾ ਖਾਲਿਦ ਸਾਹਿਬ। ਹਾਂਜੀ, ਮਿਹਰਬਾਨੀ ਜੀ। ਧੰਨਵਾਦ। ਖਾਲਿਦ ਸਾਹਿਬ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਰਹੇ ਨੇ। ਮੀਟਿੰਗ ਦੇ ਵਿੱਚ ਟਵੀਟ ਜਿਹੜਾ ਇੱਕ ਬਾਹਰ ਆਇਆ ਨਿਕਲ ਕੇ, ਉਹਦੇ ਵਿੱਚੋਂ ਜ਼ਿਕਰ ਕਰਦੇ ਨੇ ਕਿ ਨਸ਼ਿਆਂ ਦੀ ਚੇਨ ਤੋੜਨ ਦੇ ਲਈ ਪਹਿਲਾਂ ਵੱਡੇ ਮਗਰਮੱਛਾਂ ਨੂੰ ਜਾਂ ਤਸਕਰਾਂ ਨੂੰ ਫੜਿਆ ਜਾਏਗਾ, ਫਿਰ ਉਸ ਤੋਂ ਬਾਅਦ ਜਿਹੜੇ ਨੌਜਵਾਨ ਨੇ ਉਹਨਾਂ ਦਾ ਰੀਹੈਬਿਲਿਟੇਸ਼ਨ ਕੀਤਾ ਜਾਏਗਾ, ਉਹਨਾਂ ਨੂੰ ਇਲਾਜ ਕਰਵਾਇਆ ਜਾਏਗਾ, ਜਾਂ ਸਰਕਾਰ ਜਿਵੇਂ ਵੀ ਉਸ ਪਾਸੇ ਵੱਲ ਨੂੰ ਸੋਚਦੀ ਆ। ਪਰ ਇੱਕ ਗੱਲ ਜਿਹੜੀ ਪਿਛਲੀ ਸਰਕਾਰ ਦੌਰਾਨ ਵੀ ਚਰਚਾ ਦੇ ਵਿੱਚ ਰਹੀ ਕਿ ਜਿਹੜੀ ਐਸਟੀਐਫ ਦੀ ਰਿਪੋਰਟ ਹੈ, ਇੱਕ ਤਾਂ ਉਹ ਵੀ ਜਨਤਕ ਹੋਣੀ ਚਾਹੀਦੀ ਹੈ। ਉਹਦੇ ਵਿੱਚ ਕਾਫੀ ਨਸ਼ਾ ਤਸਕਰਾਂ ਦੇ ਨਾਮ ਨੇ, ਨਾਲੇ ਉਹਨਾਂ ਸਾਰਿਆਂ ਨੂੰ ਅੰਦਰ ਦੇ ਦੇਣਾ ਚਾਹੀਦਾ ਜੀ। ਦੇਖੋ, ਇਦਾਂ ਹੈਗਾ ਸੁਖਵਿੰਦਰ ਜੀ, ਇਹ ਜਿਹੜਾ ਮਸਲਾ ਇੰਨਾ ਜ਼ਿਆਦਾ ਡੀਪ ਰੂਟਡ ਹੋ ਚੁੱਕਿਆ ਹੈ ਕਿ ਇਹਦਾ ਇਲਾਜ ਹਰ ਇੱਕ ਸਰਕਾਰ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਨਹੀਂ ਹੋ ਸਕਿਆ ਹੈ। ਇੱਕ ਚੀਜ਼ ਸਭ ਨੂੰ ਜਾਣ ਲੈਣੀ ਚਾਹੀਦੀ ਹੈ ਕਿ ਦੁਨੀਆ ਦੇ ਵਿੱਚ 2-3 ਜਗ੍ਹਾ ਐਸੀਆਂ ਹੈਗੀਆਂ ਜਿੱਥੋਂ ਨਸ਼ੇ ਜਿਹੜੇ ਹੈਗੇ ਆ ਉਹ ਸਾਰੀ ਦੁਨੀਆ ਨੂੰ ਸਪਲਾਈ ਕੀਤੇ ਜਾਂਦੇ ਔਰ ਉੱਥੇ ਉਗਾਏ ਵੀ ਜਾਂਦੇ। ਇੱਕ ਤਾਂ ਹੈਗਾ ਤੁਹਾਡਾ, ਉਹਨੂੰ ਕਹਿੰਦੇ ਆ ਗੋਲਡਨ ਟ੍ਰਾਇੰਗਲ। ਗੋਲਡਨ ਟ੍ਰਾਇੰਗਲ ਹੈਗੀ ਹੈ ਬਰਮਾ ਤੇ ਲਾਓਸ ਤੇ ਕੰਬੋਡੀਆ। ਇੱਕ ਹੈਗੀ ਹੈ ਗੋਲਡਨ ਕ੍ਰੈਸੈਂਟ, ਉਹਨੂੰ ਕਹਿੰਦੇ ਆ, ਉਹ ਹੈਗੀ ਹੈ ਪਾਕਿਸਤਾਨ ਅਫਗਾਨਿਸਤਾਨ ਬਾਰਡਰ। ਔਰ ਤੀਸਰਾ ਹੈਗਾ ਜਿਹੜੇ ਸਾਊਥ ਅਮਰੀਕਨ ਕੰਟਰੀਜ਼ ਹੈ, ਉੱਥੇ ਮੈਰਿਜੁਆਨਾ ਵਗੈਰਾ ਉਹ ਸਾਰਾ ਕੁਝ ਹੁੰਦਾ ਹੈ, ਮੈਕਸੀਕੋ ਵਗੈਰਾ ਦੇ ਵਿੱਚ। ਇਹ ਆਪਾਂ ਨੂੰ ਪਤਾ ਹੈ ਕਿ ਇਹ ਜਿਹੜਾ ਏਰੀਆ ਹੈਗਾ, ਇਸ ਏਰੀਏ ਦੇ ਵਿੱਚ ਨਸ਼ਿਆਂ ਦੀ ਪੈਦਾਵਾਰ, ਜਿਵੇਂ ਕਿ ਪੋਪੀ ਹੈ, ਹਸਕ ਹੈ, ਇਹਨਾਂ ਚੀਜ਼ਾਂ ਦੀ, ਅਫੀਮ ਹੈ, ਉਹਦੇ ਵਿੱਚੋਂ ਫਿਰ ਹੈਰੋਇਨ ਹੈ, ਇਹਦੀ ਪੈਦਾਵਾਰ ਜਿਹੜੀ ਹੈਗੀ ਹੈ ਪਾਕਿਸਤਾਨ ਅਫਗਾਨਿਸਤਾਨ ਬਾਰਡਰ ਤੇ ਕਾਫੀ ਹੁੰਦੀ ਹੈ। ਔਰ ਉੱਥੇ ਦੀ ਪਾਕਿਸਤਾਨ ਦੀ ਆਰਮੀ ਤੇ ਉੱਥੇ ਦੇ ਅਫਸਰਾਂ ਦੇ ਇੰਟਰਸਟ ਇਹਦੇ ਵਿੱਚ ਜੁੜੇ ਹੋਏ ਹੈ, ਜਿਹਦੀ ਵਜ੍ਹਾ ਕਰਕੇ ਇਹ ਤਾਂ ਆਪਾਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਇਹ ਸਪਲਾਈ ਚੱਲਦੀ ਰਹੇਗੀ। ਉਹਦੇ ਤਰੀਕੇ ਹੋ ਸਕਦੇ ਹੈ, ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਸੀਗੇ ਕਿ ਨਸ਼ੇ ਤਾਂ ਇਸ ਕਰਕੇ ਕਿਉਂਕਿ ਪਾਕਿਸਤਾਨ ਤੋਂ ਆ ਰਹੇ ਹੈ ਔਰ ਉੱਥੇ BSF ਦਾ ਪਹਿਰਾ ਹੈ ਤੇ ਕਿਵੇਂ ਆ ਜਾਂਦੇ ਸੈਂਟਰਲ ਗਵਰਨਮੈਂਟ ਦਾ ਸਾਰਾ ਹੋਇਆ। ਉਸ ਵੇਲੇ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਔਰ ਇੱਥੇ BJP ਅਕਾਲੀ ਦਲ ਦੀ ਸਰਕਾਰ ਸੀ, ਯਾਨੀ ਕਿ ਬਲੇਮ ਜਿਹੜਾ ਸੀਗਾ ਉਹ ਸੈਂਟਰ ਦੇ ਉੱਪਰ ਸੀਗਾ। ਉਸ ਤੋਂ ਬਾਅਦ ਇਹ ਟਾਈਮ ਆ ਗਿਆ ਕਿ ਜਿਸ ਵੇਲੇ BJP ਅਕਾਲੀ ਦਲ ਦੀ ਸਰਕਾਰ ਸੀ ਔਰ ਕੇਂਦਰ ਦੇ ਵਿੱਚ ਮੋਦੀ ਸਰਕਾਰ ਸੀ, ਉਸ ਵੇਲੇ ਵੀ ਇਹ ਹੋਇਆ ਕਿ ਵੀ ਹੁਣ ਸ਼ਾਇਦ ਹੋਵੇ ਸੇਮ ਸਰਕਾਰ ਇੱਕੋ ਪੋਲੀਟੀਕਲ ਪਾਰਟੀਆਂ ਦੀ ਹੈ, ਲੇਕਿਨ ਨਸ਼ਿਆਂ ਦੀ ਸਪਲਾਈ ਬੰਦ ਨਹੀਂ ਹੋਈ। ਤੀਸਰਾ ਜਿਹੜਾ ਹੈਗਾ, ਫਿਰ ਪਿਛਲੀ ਸਰਕਾਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਇੰਨੇ ਦਿਨਾਂ ਦੇ ਵਿੱਚ ਨਸ਼ਾ ਖਤਮ ਕਰ ਦੇਣਾ, ਉਹਦੇ ਵਿੱਚ ਵੱਡੇ ਮਗਰਮੱਛਾਂ ਨੂੰ ਵੀ ਹੱਥ ਪਾਊਂਗਾ, ਉਸ ਤੋਂ ਬਾਅਦ ਜਿਹੜੇ ਹੈਗੇ ਨਸ਼ਾ ਮੁਕਤ ਵੀ ਕੀਤਾ ਜਾਏਗਾ। ਹੁਣ ਦੋਨਾਂ ਚੀਜ਼ਾਂ ਨੂੰ ਮੈਂ ਤੁਹਾਡੇ ਸਾਹਮਣੇ ਰੱਖਣਾ। ਜਿੱਥੇ ਤੱਕ ਤਾਂ ਬੜੇ ਤਸਕਰ ਹੈਗੇ ਆ, ਪਹਿਲਾਂ ਤਾਂ ਉਹਨਾਂ ਨੂੰ ਆਇਡੈਂਟੀਫਾਈ ਕਰਨਾ ਪਏਗਾ ਬੜੇ ਤਸਕਰ ਹੈ ਕੌਣ। ਕਿਆ ਉਹ ਬੜੇ ਤਸਕਰ ਜਿਹੜੇ ਤੁਹਾਡੇ ਮੈਡੀਕਲ ਸਟੋਰ ਵਾਲੇ ਆ ਉਹ ਹੈ, ਜਾਂ ਬੜੇ ਤਸਕਰ ਜਿਹੜੇ ਹੈਗੇ ਆ ਪੋਲੀਟੀਸ਼ੀਅਨਸ ਹੈ, ਜਾਂ ਬੜੇ ਤਸਕਰ ਜਿਹੜੇ ਹੈਗੇ ਆ ਉਹ ਬੰਦੇ ਹੈਗੇ ਆ ਜਿਨ੍ਹਾਂ ਦਾ ਉਧਰੋਂ ਲਿਆਉਣਾ ਜਿਹੜਾ ਹੈਗਾ ਕੰਮ ਹੈ, ਜਿਵੇਂ ਕਿ 10-10 ਕਰੋੜ 20-20 ਕਰੋੜ ਦੀ ਫੜੀ ਗਈ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਿਹਦੀ। ਦੂਸਰਾ ਜਿਹੜਾ ਤੁਹਾਡੀ ਨਸ਼ਾ ਛੁਡਾਊ ਕੇਂਦਰ ਹੈ, ਉਹ ਆਪਣੇ ਆਪ ਦੇ ਵਿੱਚ ਨਸ਼ਾ ਵਰਤਾਊ ਕੇਂਦਰ ਬਣ ਗਿਆ ਕਈ ਜਗ੍ਹਾ ਤਾਂ। ਬਿਲਕੁਲ, ਕਈ ਜਗ੍ਹਾ ਜਿਹੜਾ ਹੈਗਾ ਉਹਨਾਂ ਦੀਆਂ ਦਵਾਈਆਂ ਅਵੇਲੇਬਲ ਨਹੀਂ ਹਨ, ਕਈ ਜਗ੍ਹਾ ਉਹਨਾਂ ਪਰ ਤਸੀਹੇ ਦੇਣੇ ਸ਼ੁਰੂ ਕਰਤੇ, ਬਜਾਏ ਉਸਦੇ ਕਿ ਉਹਨਾਂ ਨੂੰ ਸਾਈਕੋਲੋਜੀਕਲੀ ਟ੍ਰੀਟ ਕਰੋ ਜਾਂ ਹੋਰ ਉਹ ਕਰੋ। ਇਹ ਚੀਜ਼ਾਂ ਵੀ ਆਪਾਂ ਨੂੰ ਦੇਖਣ ਨੂੰ ਮਿਲੀਆਂ। ਤਾਂ ਸਿਰਫ ਟਵੀਟ ਕਰਨ ਦੇ ਨਾਲ ਜਾਂ DGPs ਦੇ ਨਾਲ ਜਿਹੜੀ ਆਪਾਂ ਗੱਲਬਾਤ ਕਰਦੇ ਹਾਂ, ਬੇਸ਼ੱਕ ਜ਼ਮੀਨ ਦੇ ਉੱਪਰ ਉਹਨਾਂ ਨੇ ਹੀ ਕੰਟਰੋਲ ਕਰਨ ਦੇ ਵਿੱਚ ਮਦਦ ਕਰਨੀ ਹੈ, ਜਿਹੜੀ ਪੁਲਿਸ ਤੰਤਰ ਹੈਗਾ ਆਪਣਾ, ਲੇਕਿਨ ਉਹਨਾਂ ਵਾਸਤੇ ਕੋਈ ਸੇਧ ਵੀ ਤਾਂ ਹੋਣੀ ਚਾਹੀਦੀ ਹੈ। ਉਹ ਸੇਧ ਦੀ ਬਹੁਤ ਸਖਤ ਇਸ ਕਰਕੇ ਜ਼ਰੂਰਤ ਹੈ, ਜਿਵੇਂ ਕਿ ਮੈਂ ਪਹਿਲਾਂ ਕਿਹਾ, ਪਹਿਲਾਂ ਤੁਸੀਂ ਪੁਲਿਸ ਤੋਂ ਬਿਨਾਂ, ਪੁਲਿਸ ਦੀ ਮਰਜ਼ੀ ਤੋਂ ਬਿਨਾਂ ਜਾਂ ਪੁਲਿਸ ਦੀ ਇਨਫੋਰਮੇਸ਼ਨ ਤੋਂ ਬਿਨਾਂ ਕਦੇ ਕੁਝ ਨਹੀਂ ਹੁੰਦਾ। ਮੈਂ ਤੁਹਾਨੂੰ ਦੱਸਦਾ, ਉਹਦੀ ਵਜ੍ਹਾ ਹੈਗੀ ਹੈ ਕਿ ਗਰਾਊਂਡ ਦੇ ਉੱਪਰ ਸਰਕਾਰ ਦੀ ਜਿਹੜੀ ਪ੍ਰੈਜ਼ੈਂਸ ਹੈ ਉਹ ਪੁਲਿਸ ਦੀ ਫਾਰਮ ਦੇ ਵਿੱਚ ਹੈ। ਹਰ
ਚੁਰਾਹੇ ਤੇ, ਹਰ ਨਾਕੇ ਤੇ, ਹਰ ਸ਼ਹਿਰ ਦੇ ਵਿੱਚ ਪੁਲਿਸ ਜਿਹੜੀ ਹੈਗੀ ਹੈ ਤਾਇਨਾਤ ਹੈ, ਔਰ ਉਹਨਾਂ ਨੂੰ ਇਲਾਕੇ ਦੇ ਲੋਕਾਂ ਦੇ ਬਾਰੇ ਪਤਾ ਵੀ ਹੁੰਦਾ ਹੈ ਕਿ ਕੌਣ ਕੀ ਕਰਦਾ ਹੈ, ਕਿਹੜੇ ਐਸੇ ਐਲੀਮੈਂਟਸ ਹੈਗੇ ਆ ਜਿਹੜੇ ਇਸ ਤਰ੍ਹਾਂ ਦੇ ਕੰਮ ਕਰ ਸਕਦੇ ਹਨ। ਤਾਂ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਤਨਦੇਹੀ ਦੇ ਨਾਲ ਉਹ ਅਗਰ ਇਸ ਚੀਜ਼ ਦੇ ਮਗਰ ਲੱਗਣਗੇ, ਇੱਕ ਤਾਂ ਆਇਡੈਂਟੀਫਾਈ ਕਰਨਾ, ਦੂਸਰੇ ਉਹਦੀ ਰੋਕਥਾਮ ਕਰਨਾ। ਤੀਸਰਾ ਜਿਹੜਾ ਹੈਗਾ ਸਰਕਾਰ ਦਾ ਕੰਮ ਹੈ, ਜਿਹੜੀ ਮੈਡੀਕਲ ਸਾਈਡ ਤੇ ਹੈ, ਉਹ ਹੈਗਾ ਜਿਹੜੇ ਬੱਚੇ ਸਾਡੇ ਨਸ਼ੇ ਦੇ ਵਿੱਚ ਲਿਪਤ ਹੋ ਚੁੱਕੇ ਹੈ, ਉਹਨਾਂ ਨੂੰ ਬਚਾਉਣ ਵਾਸਤੇ ਜਿਹੜੇ ਤੁਸੀਂ ਨਸ਼ਾ ਛੁਡਾਓ ਕੇਂਦਰ ਹੈ, ਉਹ ਸਹੀ ਢੰਗ ਦੇ ਨਾਲ ਕੰਮ ਕਰਨ। ਉੱਥੇ ਮੈਡੀਸਨਸ ਵੀ ਹੋਣ, ਉੱਥੇ ਡਾਕਟਰ ਵੀ ਹੋਣ, ਉੱਥੇ ਸਾਈਕੋਲੋਜਿਸਟ ਵੀ ਹੋਣ, ਜਿਹੜੇ ਕਿ ਉਹਨਾਂ ਨੂੰ ਇਸ ਚੀਜ਼ ਦੇ ਵਿੱਚੋਂ ਬਾਹਰ ਕੱਢਣ ਦੇ ਵਿੱਚ ਮਦਦ ਕਰਨ। ਤਾਂ ਇਹ ਜਿਹੜਾ ਇੱਕ ਬਹੁਤ ਭਾਰੀ ਚੈਲੰਜ ਹੈ, ਪਿਛਲੀਆਂ ਸਰਕਾਰਾਂ ਵਾਸਤੇ ਵੀ ਸੀਗਾ, ਜਿਸ ਵੇਲੇ ਅਕਾਲੀ ਦਲ ਬੀਜੇਪੀ ਦੀ ਸਰਕਾਰ ਦੀ, ਕਾਂਗਰਸ ਨੇ ਔਰ ਆਮ ਆਦਮੀ ਪਾਰਟੀ ਨੇ ਪਿਛਲੇ ਇਲੈਕਸ਼ਨ ਦੇ ਵਿੱਚ, ਪਿਛਲੇ ਤੋਂ ਪਿਛਲੇ ਇਲੈਕਸ਼ਨ ਦੇ ਵਿੱਚ ਜੀ ਇਹ ਕਿਹਾ ਕਿ ਇੱਥੇ ਰਾਹੁਲ ਗਾਂਧੀ ਦਾ ਵੀ ਬਿਆਨ ਆ ਰਿਹਾ ਕਿ ਇੰਨੇ % ਜਿਹੜੇ ਹੈਗੇ ਆ ਸਾਡਾ ਯੂਥ ਨਸ਼ੇ ਕਰ ਰਿਹਾ, ਔਰ ਉਸ ਤੋਂ ਬਾਅਦ ਇਸ ਇਲੈਕਸ਼ਨ ਦੇ ਵਿੱਚ ਵੀ ਇਹੀ ਕਿਹਾ ਕਿ ਅਸੀਂ ਇੰਨੇ ਦਿਨਾਂ 'ਚ ਖਤਮ ਕਰਾਂਗੇ। ਉਹ ਖਤਮ ਕਰਨ ਦੀ ਹੁਣ ਵਾਰੀ ਆ ਚੁੱਕੀ ਹੈ। ਜਿਹੜੇ ਇਸ ਵੇਲੇ ਚੀਫ ਮਿਨਿਸਟਰ ਹੈ ਭਗਵੰਤ ਮਾਨ, ਉਹਨਾਂ ਨੂੰ ਅਗਰ ਉਹ ਇਕੱਲੇ ਇੱਕ ਕੰਮ ਕਰ ਜਾਣ, ਬਾਕੀ ਜਿੰਨੇ ਵੀ ਉਹਨਾਂ ਦੇ ਵਾਅਦੇ ਹੈ ਉਹ ਸਮਝ ਲਓ ਸਾਰੇ ਵਾਅਦੇ ਪੂਰੇ ਨਹੀਂ ਕਰ ਸਕੇ, ਸਿਰਫ ਇੱਕੋ ਹੀ ਵਾਅਦਾ ਪੂਰਾ ਕਰ ਲੈਣ ਕਿ ਜੀ ਨਸ਼ਾ ਮੁਕਤ ਕਰ ਦੇਣ ਪੰਜਾਬ ਨੂੰ, ਤਾਂ ਬਾਕੀ ਚੀਜ਼ਾਂ ਆਪਣੇ ਆਪ ਦੇ ਵਿੱਚ ਸੋਲਵ ਹੋ ਜਾਣਗੀਆਂ। ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਖਾਲਿਦ ਸਾਹਿਬ, ਇਹਦੇ ਵਿੱਚ ਇੱਕ ਹੋਰ ਗੱਲ ਆਉਂਦੀ ਹੈ ਕਿ ਜਦੋਂ ਇਹ ਨਸ਼ਾ ਖਤਮ ਕਰਨ ਦੀ ਜਾਂ ਤਸਕਰਾਂ ਨੂੰ ਅੰਦਰ ਕਰਨ ਦੀ ਗੱਲ ਕਰਦੇ ਨੇ, ਸਭ ਤੋਂ ਪਹਿਲਾਂ ਵੱਡਾ ਜਿਹੜਾ ਮਸਲਾ ਰਿਹਾ ਬਹੁਤ ਕਰੋੜੀ ਡਰੱਗ ਮਾਮਲਾ, ਜਿਹਦੇ ਜਗਦੀਸ਼ ਭੋਲਾ ਸਲਾਖਾਂ ਦੇ ਪਿੱਛੇ ਆ। ਇਸੇ ਮਾਮਲੇ ਚੱਲਦਿਆਂ ਹੋਰ ਵੀ ਬੜੇ ਤਸਕਰ ਅੰਦਰ ਗਏ ਤੇ ਅੱਜ ਦੇ ਸਮੇਂ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਵੀ ਸਲਾਖਾਂ ਦੇ ਪਿੱਛੇ ਨੇ। ਪਰ ਨਾ ਤਾਂ ਉਹਨਾਂ ਸਮਿਆਂ ਦੌਰਾਨ ਨਸ਼ਾ ਖਤਮ ਹੋਇਆ, ਨਾ ਨਸ਼ਾ ਹੁਣ ਖਤਮ ਹੋਇਆ। ਜੇ ਅੱਗੋਂ ਤਸਕਰ ਵੀ ਅੰਦਰ ਹੋਰ ਕਰਦੇ ਹੋਗੇ, ਹੋਰ ਵੱਡੇ ਵੱਡੇ ਮਗਰਮੱਛ ਅੰਦਰ ਚਲੇ ਜਾਣਗੇ, ਨਸ਼ਾ ਫਿਰ ਵੀ ਖਤਮ ਹੁੰਦਾ ਨਜ਼ਰ ਨਹੀਂ ਆਉਂਦਾ, ਕਿਉਂਕਿ ਬਾਰਡਰ ਪਾਰ ਤੋਂ ਅੱਜ ਵੀ ਹੈਰੋਇਨ ਵਗੈਰਾ ਜਾਂ ਚਿੱਟਾ ਜਿਸ ਵੀ ਢੰਗ ਨਾਲ ਆਉਂਦਾ ਉਹ ਉਸੇ ਤਰੀਕੇ ਨਾਲ ਜਾਰੀ ਆ। ਉਹ ਨਵੇਂ ਤਰੀਕੇ ਨੇ ਡਰੋਨਾਂ ਦੇ ਰਾਹੀਂ। ਇਹ ਕਹਿੰਦੇ ਸਾਡੇ ਕੋਲੇ ਉਹ ਜਿਹੇ ਉਪਰਾਲੇ ਨਹੀਂ ਹੈਗੇ। ਪਰ ਸਵਾਲ ਇੱਥੇ ਦੂਜੇ ਪਾਸੇ ਪੈਦਾ ਹੁੰਦਾ ਕਿ ਜੇ ਇਹ ਨਸ਼ਾ ਤਸਕਰਾਂ ਦੀ ਥਾਂ ਤੇ ਜਿਹੜੇ ਨਸ਼ਾ ਕਰਦੇ ਨੇ, ਪਹਿਲਾਂ ਉਹਨਾਂ ਦੇ ਇਲਾਜ ਵੱਲ ਨਹੀਂ ਵਧਣਾ ਚਾਹੀਦਾ ਕਿ ਉਹਨਾਂ ਨੂੰ ਸਹੀ ਢੰਗ ਦਾ ਇਲਾਜ, ਉਹਨਾਂ ਨੂੰ ਜਿਹੜੀ ਮੈਂਟਲ ਹੈਲਥ ਉਹਨਾਂ ਦੀ ਸਟਰੋਂਗ ਕੀਤੀ ਜਾਏ, ਤੇ ਨਾਲੇ ਜਿਹੜੀ ਨਸ਼ਾ ਅਸਲ ਜੜ ਹੈ ਜਿਹਨੂੰ ਕਹਿੰਦੇ, ਉੱਥੋਂ ਵੀ ਥੋੜਾ ਜਿਹਾ ਉੱਥੋਂ ਵੀ ਪਾਸੇ ਕੀਤਾ ਜਾਏ ਨੌਜਵਾਨਾਂ ਨੂੰ। ਸੁਖਵਿੰਦਰ ਜੀ ਦੇਖੋ, ਨਸ਼ਾ ਜਿਹੜਾ ਨੌਜਵਾਨ ਇਸ ਵੇਲੇ ਕਰ ਰਿਹਾ ਹੈ, ਉਹ ਸਾਰਾ ਉਹ ਨਸ਼ਾ ਨਹੀਂ ਹੈ ਜਿਹੜਾ ਕਿ ਬਾਰਡਰੋਂ ਪਾਰ ਤੋਂ ਆਉਂਦਾ ਹੈ। ਬਾਰਡਰ ਪਾਰ ਤੋਂ ਜਿਹੜੇ ਲੋਕ ਸਾਨੂੰ ਇੱਥੇ ਹੀਰੋਇਨ ਵਗੈਰਾ ਸਪਲਾਈ ਕਰਦੇ ਹੈ, ਉਹ ਦੇਖੋ 2-3 ਚੀਜ਼ਾਂ ਨੇ ਇਹਦੇ ਵਿੱਚ। ਨੰਬਰ 1 ਹੈਗਾ ਕਿ ਨਸ਼ਾ ਕਿੱਥੋਂ ਆਉਂਦਾ ਹੈ, ਨੰਬਰ 2 ਡਿਲੀਵਰ ਕੌਣ ਕਰਦਾ ਹੈ, ਨੰਬਰ 3 ਕਿਹਨੂੰ ਡਿਲੀਵਰ ਕਰਦਾ ਹੈ। ਦੇਖੋ ਉਹਦੀਆਂ ਵੀ ਕਈ ਚੇਨਸ ਹੈਗੀਆਂ। ਇੱਕ ਤਾਂ ਹੈਗੇ ਆ ਜਿਹੜੇ ਕਿ ਜ਼ਿਆਦਾ ਸਮਾਨ ਲੈਂਦੇ ਆ ਨਸ਼ਿਆਂ ਦਾ, ਉਸ ਤੋਂ ਬਾਅਦ ਉਹ ਛੋਟੇ ਤਸਕਰਾਂ ਨੂੰ ਦਿੰਦੇ ਆ, ਉਸ ਤੋਂ ਬਾਅਦ ਅੱਗੇ ਜਿਹੜੇ ਗਲੀਆਂ ਮਹੱਲਿਆਂ ਦੇ ਵਿੱਚ, ਝੁੱਗੀਆਂ ਝੌਂਪੜੀਆਂ ਦੇ ਵਿੱਚ ਉਹਨਾਂ ਦੇ ਏਜੰਟਸ ਹੈ, ਉਹ ਅੱਗੇ ਫਰਦਰ ਸਪਲਾਈ ਕਰਦੇ। ਯਾਨੀ ਸਪਲਾਈ ਚੇਨਾਂ ਜਿਹੜੀ ਹੈਗੀ ਹੈ ਉਹ ਲੰਬੀ ਚੌੜੀ ਹੈ, ਉਹਨਾਂ ਸਾਰਿਆਂ ਨੂੰ ਆਇਡੈਂਟੀਫਾਈ ਕਰਨਾ ਪਏਗਾ। ਦੂਸਰੀ ਚੀਜ਼ ਮੈਂ ਤੁਹਾਨੂੰ ਦੱਸਦਾ ਕਿ ਆਪਾਂ ਇੱਕ ਤਰ੍ਹਾਂ ਦੇ ਨਸ਼ੇ ਦੀ ਗੱਲ ਨਾ ਕਰੀਏ ਜਿਹੜਾ ਸਿੰਥੈਟਿਕ ਡਰੱਗ ਹੈ, ਜਿਹੜਾ ਕਿ ਸਾਡੀਆਂ ਇੱਥੇ ਫੈਕਟਰੀਆਂ ਬਣਾਉਂਦੀਆਂ ਨੇ। ਆਪਾਂ ਨੇ ਦੇਖਿਆ ਕਿ ਕਈ ਫੈਕਟਰੀਆਂ ਫੜੀਆਂ ਵੀ ਗਈਆਂ ਜਿਹੜੀਆਂ ਕਿ ਨਸ਼ੇ ਦੇ ਇੰਜੈਕਸ਼ਨ ਬਣਾਉਂਦੀਆਂ। ਨਸ਼ੇ ਦੇ ਇੰਜੈਕਸ਼ਨ ਉਧਰੋਂ ਨਹੀਂ ਆਉਂਦੇ, ਉਧਰੋਂ ਤਾਂ ਹੀਰੋਇਨ ਵਗੈਰਾ ਹੀ ਆਉਂਦੀ ਹੈ ਜ਼ਿਆਦਾ। ਫॉर एग्जांपल चर्स है, चर्स हिमाचल प्रदेश ਦੇ ਵਿੱਚੋਂ ਕਿੰਨੀ ਜ਼ਿਆਦਾ ਫੜੀ ਜਾਂਦੀ ਹੈ। ਜਾਂ ਇਸੇ ਤਰੀਕੇ ਦੇ ਨਾਲ ਜਿਹੜੇ ਸਿੰਥੈਟਿਕ ਡਰੱਗਸ ਹੈਗੀਆਂ, ਗੋਲੀਆਂ ਹੈਗੀਆਂ, ਜਾਂ ਜਿਹੜੇ ਆਪਣੇ ਇੰਜੈਕਸ਼ਨ ਲਾਉਂਦੇ ਆ ਬੱਚੇ। ਮੈਂ ਖੁਦ ਵਾਰਡਨ ਰਿਹਾ ਹੋਸਟਲ ਦਾ ਪੰਜਾਬ ਯੂਨੀਵਰਸਿਟੀ ਦੇ ਵਿੱਚ। ਇੱਕ ਵਾਰ ਮੈਨੂੰ ਜਿਸ ਵੇਲੇ ਮੈਂ ਬਣਿਆ ਤੇ ਮੈਨੂੰ ਪਤਾ ਲੱਗਿਆ, ਮੈਂ ਛਾਪਾ ਮਾਰਿਆ ਤੇ ਉੱਥੇ ਬੱਚੇ ਛੋਟੇ ਛੋਟੇ ਮੁੜ ਕੇ ਨਹੀਂ ਹੋਇਆ, ਉਹਨਾਂ ਨੂੰ ਪਤਾ ਲੱਗ ਗਿਆ ਕਿ ਸਖਤੀ ਹੋ ਗਈ। ਇਸ ਤਰ੍ਹਾਂ ਦੀਆਂ ਦੇਖੋ ਬੱਚਿਆਂ ਦੇ ਵਿੱਚ, ਬੱਚੇ ਨੂੰ ਆਪਣਾ ਕਈ ਵਾਰ ਭਵਿੱਖ ਨਹੀਂ ਪਤਾ ਹੈ, ਕਈ ਵਾਰ ਉਹ ਲਾਈ ਲੱਗ ਹੋ ਜਾਂਦਾ ਹੈ, ਔਰ ਉਸ ਸਿਚੁਏਸ਼ਨ ਦੇ ਵਿੱਚ ਉਹ ਇੱਕ ਵਾਰ ਉਧਰ ਨੂੰ ਤੁਰ ਪਿਆ, ਫਿਰ ਤੁਰਦਾ ਚਲਾ ਜਾਂਦਾ। ਤਾਂ ਜਿਹੜੀ ਸਿੰਥੈਟਿਕ ਡਰੱਗ ਹੈ ਨਾ, ਜਿਹੜੀ ਕਿ ਜਿਹਨੂੰ ਕਹਿੰਦੇ ਆਪਾਂ ਸਸਤਾ ਨਸ਼ਾ,
ਉਹ ਸਸਤਾ ਨਸ਼ੇ ਦੇ ਉੱਪਰ ਵੀ ਨਕੇਲ ਪਾਉਣੀ ਹੈ। ਸਿਰਫ ਤੁਸੀਂ ਇਹ ਅਕ੍ਰੋਸ ਦਾ ਬਾਰਡਰ ਨਾ ਦੇਖੋ, ਵਿਦਿਨ ਜਿਹੜਾ ਨਸ਼ਾ ਪ੍ਰੋਡਿਊਸ ਹੁੰਦਾ ਹੈ ਉਹਦੀਆਂ ਫੈਕਟਰੀਆਂ ਉਹ ਕਿੱਥੇ ਕਿੱਥੇ ਬੰਦ ਹੈ, ਉਹਨੂੰ ਵੀ ਆਇਡੈਂਟੀਫਾਈ ਕਰਨ ਦੀ ਸਖਤ ਲੋੜ ਹੈ। ਇਸ ਕਰਕੇ ਮੈਂ ਕਹਿ ਰਿਹਾ ਕਿ ਜਿਹੜੇ ਵੀ ਤੁਸੀਂ ਕਈ ਬੰਦਿਆਂ ਦਾ ਜ਼ਿਕਰ ਕੀਤਾ ਜਿਹੜੇ ਕਿ ਜੇਲ੍ਹਾਂ ਦੇ ਵਿੱਚ ਹੈ, ਕਿਉਂਕਿ ਮੈਨੂੰ ਐਂ ਲੱਗਦਾ ਕਿ ਉਹ ਜੇਲ੍ਹਾਂ ਦੇ ਵਿੱਚ ਹੈਗੇ, ਹਜੇ ਕੋਰਟਾਂ ਨੇ ਉਹਨਾਂ ਦੇ ਬਾਰੇ ਕੋਈ ਫੈਸਲਾ ਨਹੀਂ ਕੀਤਾ ਹੈ, ਉਹਨਾਂ ਨੂੰ ਕੋਈ ਕਨਵਿਕਸ਼ਨ ਨਹੀਂ ਕੀਤੀ ਹੈ, ਐਕਿਊਜ਼ਡ ਹੈਗੇ ਆ। ਜਦ ਕਨਵਿਕਸ਼ਨ ਹੋਏਗੀ ਫਿਰ ਇਹ ਤਾਂ ਹੋਏਗਾ। ਲੇਕਿਨ ਜਿਹੜੇ ਵੀ ਬੰਦੇ ਜੇਲ੍ਹਾਂ ਦੇ ਵਿੱਚ ਹੈ ਜਾਂ ਫੜੇ ਜਾਂਦੇ ਹੈ ਜਾਂ ਇਸ ਵੇਲੇ ਸਲਾਖਾਂ ਦੇ ਵਿੱਚ ਹੈ, ਪੁਲਿਸ ਰਿਮਾਂਡ ਜਾਂ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਹੈ, ਉਹ ਸਾਰੇ ਬੰਦਿਆਂ ਤੇ ਇਲਾਵਾ ਬੰਦੇ ਬਾਹਰੋਂ ਅੰਦਰੋਂ ਬੈਠੇ ਕੇ ਆਪਰੇਟ ਕਰ ਸਕਦੇ ਹੈ ਔਰ ਕਰਦੇ ਵੀ ਆਪਾਂ ਦੇਖਦੇ ਹਾਂ। ਉਹਨਾਂ ਸਾਰਿਆਂ ਨੂੰ ਮੈਂ ਤੁਹਾਨੂੰ ਦੱਸਦਾ, ਪੰਜਾਬ ਤਾਂ ਛੋਟਾ ਜਿਹਾ ਸਟੇਟ ਹੈ ਔਰ ਇੱਥੇ ਤਾਂ ਨਸ਼ੇ ਨੂੰ ਕੰਟਰੋਲ ਕਰਨਾ ਆਸਾਨ ਹੀ ਬਹੁਤ ਹੈ, ਕਿਉਂਕਿ ਤੁਹਾਨੂੰ ਪੁਲਿਸਿੰਗ ਦੀ ਲੋੜ ਹੈ ਪ੍ਰੋਪਰ। ਬਹੁਤ ਬੜਾ ਸਟੇਟ ਤਾਂ ਹੈ ਨਹੀਂ, ਜਿਵੇਂ ਯੂਪੀ ਆ, ਮੱਧ ਪ੍ਰਦੇਸ਼ ਹੈ, ਛੋਟਾ ਸਟੇਟ ਹੈ। ਛੋਟੇ ਸਟੇਟ ਦੇ ਵਿੱਚ ਤੁਸੀਂ ਆਪਣੇ ਬਾਰਡਰਾਂ ਨੂੰ ਸੀਲ ਕਰਨਾ ਹੈ, ਉਹਦੇ ਵਾਸਤੇ ਕਮਿਟਮੈਂਟ ਦੀ ਲੋੜ ਹੈ। ਜੇ ਤੁਹਾਡਾ ਆਫੀਸ਼ੀਅਲ ਤੰਤਰ, ਸਰਕਾਰੀ ਤੰਤਰ ਤੇ ਪੁਲਿਸ ਤੰਤਰ ਆਪਣੀ ਕਮਿਟਮੈਂਟ ਪ੍ਰੋਪਰ ਸ਼ੋ ਕਰ ਦੇਵੇ ਔਰ ਕੋਈ ਵੀ ਪੋਲੀਟੀਕਲ ਇੰਟਰਫੇਰੈਂਸ ਬਰਦਾਸ਼ਤ ਨਾ ਕੀਤੀ ਜਾਵੇ, ਤਾਂ ਇਸ ਚੀਜ਼ ਨੂੰ ਖਤਮ ਕੀਤਾ ਜਾ ਸਕਦਾ ਹੈ, ਨੱਥ ਪਾਈ ਜਾ ਸਕਦੀ ਹੈ, ਮੈਨੂੰ ਪੱਕਾ ਯਕੀਨ ਹੈ। ਲੇਕਿਨ ਉਹਦੇ ਵਾਸਤੇ ਤੁਹਾਨੂੰ ਪੋਲੀਟੀਕਲ ਵਿਲ ਦੀ ਲੋੜ ਹੈ, ਜਿਹੜੀ ਕਿ ਅਗਰ ਇਹ ਸਰਕਾਰ ਸ਼ੋਅ ਕਰ ਦਿੰਦੀ ਹੈ ਤਾਂ ਬੜੀ ਅੱਛੀ ਗੱਲ ਹੈ। ਇੱਕ ਬਹੁਤ ਵੱਡਾ ਪੁੰਨ ਹੋਊਗਾ ਪੰਜਾਬ ਦੇ ਭਵਿੱਖ ਵਿੱਚ ਵਾਸਤੇ। ਖਾਲਿਦ ਸਾਹਿਬ, ਮੈਂ ਜਿਵੇਂ ਕਿਹਾ ਕਿ ਇਹਦੀ ਜੜ, ਜਿਵੇਂ ਜੇ ਕਿਸੇ ਨੇ ਨਸ਼ਾ ਕਰਨਾ ਸ਼ੁਰੂ ਕਰਨਾ ਤਾਂ ਕੁਦਰਤੀ ਹੈ, ਉਹ ਪਹਿਲਾਂ ਸ਼ਰਾਬ ਵੱਲ ਨੂੰ ਵੱਧਦਾ, ਫਿਰ ਉਹ ਇੱਕ ਅੱਧੇ ਪੈਗ ਤੋਂ ਫਿਰ ਬੋਤਲ ਤੱਕ, ਫਿਰ ਬੋਤਲਾਂ ਤੱਕ, ਫਿਰ ਹੌਲੀ ਹੌਲੀ ਇਸ ਪਾਸੇ ਵੱਲ ਨੂੰ ਤੁਰਦਾ। ਕੀ ਇਹਨੂੰ ਲੈ ਕੇ ਵੀ ਕੋਈ ਪਾਲਿਸੀ ਨਹੀਂ ਬਣਾਉਣੀ ਚਾਹੀਦੀ? ਸ਼ਰਾਬ ਨੂੰ ਲੈ ਕੇ ਸਰਕਾਰਾਂ ਤਾਂ ਇਹਦੇ ਤੋਂ ਵੱਧ ਪੈਸਾ ਕਮਾਉਣਾ ਚਾਹੁੰਦੀਆਂ ਨੇ। ਦੇਖੋ ਏਦਾਂ ਹੈਗਾ ਵੀ ਸਰਕਾਰਾਂ ਵੀ ਕੀ ਕਰਨ, ਇਹ ਆਪਾਂ ਜਿਸ ਵੇਲੇ ਵੀ ਆਉਂਦੇ ਹਾਂ ਸ਼ਰਾਬ ਦੀ ਗੱਲ ਆਉਂਦੀ ਹੈ, ਆਪਾਂ ਕਹਿੰਦੇ ਜੀ ਸ਼ਰਾਬ ਬੰਦ ਕਰ ਦਿਓ, ਸ਼ਰਾਬ ਦੇ ਠੇਕੇ ਕਾਹਨੂੰ, ਨਿਲਾਮੀ ਕਿਉਂ ਕਰਦੇ ਹੋ ਠੇਕਿਆਂ ਦੇ। ਹੁਣ ਮੈਂ ਤੁਹਾਨੂੰ ਦੱਸਦਾ, ਸਰਕਾਰਾਂ ਇੰਨੀ ਬੁਰੀ ਤਰ੍ਹਾਂ ਫਸੀਆਂ ਹੋਈਆਂ ਨੇ, ਖਾਸ ਤੌਰ ਪਰ ਸਟੇਟ ਗਵਰਨਮੈਂਟਸ, ਕਿ ਸਰਕਾਰਾਂ ਕੋਲ ਆਮਦਨੀ ਦੇ ਸਾਧਨ ਹੀ ਕੋਈ ਨਹੀਂ ਹੈ। ਤੁਸੀਂ ਇਹ ਦੇਖੋ ਵੀ GST ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਹੈਗੇ ਆ ਟੈਕਸ ਚਲੇ ਗਏ। ਸਰਕਾਰ ਕੋਲ ਇਸ ਵੇਲੇ ਸਟੇਟ ਗਵਰਨਮੈਂਟਾਂ ਕੋਲ ਕੀ ਹੈ, ਜਾਂ ਤਾਂ ਐਕਸਾਈਜ਼ ਹੈ, ਜਾਂ ਪ੍ਰੋਪਰਟੀ ਟੈਕਸ ਵਗੈਰਾ ਹੈਗਾ, ਜਾਂ ਇਹਦੇ ਪੈਟਰੋਲ ਦੇ ਉੱਪਰ ਵੈਟ ਵਗੈਰਾ ਹੈਗੀ ਹੈ। ਬਹੁਤ ਜਿਹੜੇ ਟੈਕਸ ਹੈਗੇ ਆ ਬਹੁਤ ਘਟ ਗਏ ਆ ਸਰਕਾਰਾਂ ਦੇ। ਹੁਣ ਤੁਸੀਂ ਕਹੋ ਕਿ ਅਗਰ ਆਪਾਂ ਇਹਨੂੰ ਬੰਦ ਕਰ ਦਈਏ, ਖਤਮ ਕਰ ਦਈਏ, ਤਾਂ ਆਪਾਂ ਨੂੰ ਉਹਦਾ ਆਲਟਰਨੇਟਿਵ ਦੇ ਵਿੱਚ ਰੈਵਨਿਊ ਕਿੱਥੋਂ ਲਿਆਂਦਾ ਜਾਏਗਾ, ਉਹ ਵੀ ਦੇਖਣਾ ਪਏਗਾ। ਕਿ ਅਗਰ ਅਸੀਂ ਐਕਸਾਈਜ਼ ਡਿਊਟੀ ਖਤਮ ਕਰ ਦਿੰਦੇ ਹਾਂ, ਅਗਰ ਆਪਾਂ ਸ਼ਰਾਬਬੰਦੀ ਕਰ ਦਿੰਦੇ ਹਾਂ, ਜਿਵੇਂ ਕਿ ਉਹਦੇ ਵਿੱਚ ਹੈ, ਬਿਹਾਰ ਦੇ ਵਿੱਚ ਹੈ, ਉਹਦੇ ਫਰਦਰ ਬਹੁਤ ਇੰਪਲੀਕੇਸ਼ਨਸ ਹੈ। ਉੱਥੇ ਸ਼ਰਾਬ ਦੀ ਤਸਕਰੀ ਸ਼ੁਰੂ ਹੋ ਜਾਂਦੀ ਹੈ, ਤਾਂ ਫਿਰ ਜਿਹੜੀ ਬੋਤਲ ਅੱਜ 100 ਦੀ ਮਿਲਦੀ ਹੈ, ਉਹ ਕਹਿੰਦਾ ਜੀ ਮੈਂ 500 ਹੀ ਦੇਵਾਂਗਾ, ਜਿਹੜਾ ਪੀਣ ਵਾਲਾ 500 ਦੀ ਵੀ ਲਊਗਾ। ਔਰ ਉਹਦੇ ਨਾਲ ਜਿਹੜੀ ਹੈਗੀ ਹੈ ਅੰਡਰਗਰਾਊਂਡ ਜਿਹੜੀ ਹੈਗੀ ਹੈ ਸ਼ਰਾਬ ਦੀ, ਦੂਸਰੇ ਸਟੇਟਾਂ ਦੇ ਵਿੱਚੋਂ ਇੱਕ ਵਾਰ ਕੁਝ ਸਟੇਟਾਂ ਨੇ ਕੀਤਾ, ਤਾਂ ਲੋਕ ਜਿਹੜੇ ਸੀਗੇ ਉਹ ਲਾ ਕੇ, ਜਿਹੜੇ ਪਿਅਕੜ ਸੀਗੇ ਉਹ ਆਪਣੇ ਬਾਰਡਰ ਦੇ ਉੱਪਰ ਜਿਹੜੇ ਠੇਕੇ ਸੀਗੇ ਦੂਸਰੇ ਸਟੇਟ ਦੇ, ਉੱਥੇ ਸ਼ੁਰੂ ਹੋ ਗਏ। ਇਸ ਕਰਕੇ ਮੈਂ ਕਹਿਣਾ ਵੀ ਲੋਕਾਂ ਦੇ ਅੰਦਰ, ਔਰ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਦੱਸਦਾ, ਪੰਜਾਬ ਦੇ ਵਿੱਚ ਤਾਂ ਅਫੀਮ ਤਾਂ ਸ਼ੁਰੂ ਤੋਂ ਚੱਲੀ ਆ ਰਹੀ ਹੈ। ਅਕਸਰ ਆਪਾਂ ਦੇਖਦੇ ਸੀਗੇ ਲੋਕ ਕੰਮ ਕਰਦੇ, ਚੱਲ ਯਾਰ ਮਾੜੀ ਜਿਹੀ ਫੀਮ ਲਾ ਲਾ। ਈਵਨ ਕਈ ਸਟੇਟ ਐਸੇ ਹੈ ਜਿੱਥੇ ਇਹਨਾਂ ਦੇ ਉਹ ਵੀ ਹੁੰਦੇ ਆ, ਜਿਵੇਂ ਸ਼ਰਾਬ ਦੇ ਠੇਕੇ ਹੁੰਦੇ, ਫੀਮ ਵਗੈਰਾ ਦੇ ਵੀ ਠੇਕੇ ਹੈਗੇ। ਇੱਕ ਪਾਲਿਸੀ ਬਣਾਉਣੀ ਪਏਗੀ ਕਿ ਅਸੀਂ ਕਿਸ ਹੱਦ ਤੱਕ ਜਿਹੜਾ ਹੈਗਾ ਇਹਨੂੰ, ਕਈ ਲੋਕ ਇਸ ਚੀਜ਼ ਨੂੰ ਆਰਗੂ ਕਰਦੇ ਆ, ਉਹ ਇਸ ਫੇਵਰ ਦੇ ਵਿੱਚ ਹੈ ਕਿ ਜਿਹੜੇ ਨਸ਼ੇ ਆ ਉਹਨਾਂ ਦੇ ਠੇਕੇ ਕਰ ਦਿਓ, ਤੇ ਖਾਸ ਤੌਰ ਪਰ ਅਫੀਮ ਵਗੈਰਾ ਦੇ, ਭੁੱਕੀ ਵਗੈਰਾ ਜਿਹੜੀ ਹੈਗੀ ਹੈ ਉਹਦੇ ਵਿੱਚ ਪੁਲਿਸ ਵੀ ਲੱਗੀ ਰਹਿੰਦੀ ਹੈ, ਉਹ ਵੀ ਲੱਗੇ ਰਹਿੰਦੇ ਆ। ਤਾਂ ਕੁਝ ਲੋਕ ਇਸ ਚੀਜ਼ ਦੀ ਆਰਗੂਮੈਂਟ ਕਰਦੇ ਆ ਇਸ ਦੇ ਫੇਵਰ ਦੇ ਵਿੱਚ, ਲੇਕਿਨ ਮੈਂ ਉੱਧਰ ਤਾਂ ਨਹੀਂ ਜਾਊਂਗਾ। ਲੇਕਿਨ ਮੈਂ ਇੰਨੀ ਗੱਲ ਜ਼ਰੂਰ ਕਹਾਂਗਾ ਕਿ ਨਸ਼ਿਆਂ ਨੂੰ ਆਇਡੈਂਟੀਫਾਈ ਕਰਨਾ, ਨਸ਼ਿਆਂ ਦੀ ਸਪਲਾਈ ਚੇਨ ਜਿਹੜੀ ਹੈਗੀਆਂ ਉਹਨੂੰ ਤੋੜਨਾ ਬਹੁਤ ਜ਼ਰੂਰੀ। ਜਦ ਤੱਕ ਸਪਲਾਈ ਚੇਨ ਤੁਸੀਂ ਨਹੀਂ ਤੋੜਦੇ, ਉਸ ਵੇਲੇ ਤੱਕ ਨਸ਼ੇ ਚੱਲਦੇ ਰਹਿਣਗੇ। ਹਾਂ, ਇਹ ਜਿਹੜਾ ਹੈਗਾ ਕਿ ਤੁਸੀਂ ਹੁਣ ਇੱਕ ਪੈਗ ਤੋਂ ਸ਼ੁਰੂ ਕੀਤਾ ਤੇ ਬੋਤਲ ਤੱਕ ਪਹੁੰਚ ਗਏ, ਤੇ ਦੋ ਬੋਤਲਾਂ ਤੱਕ ਪਹੁੰਚ ਗਏ,
ਇਹਦੇ ਵਿੱਚ ਮਾਂ-ਬਾਪ ਦੀ, ਸੁਸਾਇਟੀ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਹਦੇ ਵਿੱਚ ਪੀਅਰ ਗਰੁੱਪਸ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਜਦ ਅਸੀਂ दारू ਨੂੰ ਇੱਕ ਤਰ੍ਹਾਂ ਗਲੋਰੀਫਾਈ ਕਰਾਂਗੇ ਆਪਣੇ ਉਹਦੇ ਵਿੱਚ ਲਿਟਰੇਚਰ ਦੇ ਵਿੱਚ ਜਾਂ ਆਪਣੇ ਗਾਣਿਆਂ ਦੇ ਵਿੱਚ ਜਾਂ ਹੋਰ ਸਾਰੇ ਕਿਤੇ ਵਿੱਚ, ਤਾਂ ਬੱਚਾ ਤਾਂ ਇਹ ਕਹੂਗਾ ਵੀ ਇਹ ਬਹੁਤ ਅੱਛੀ ਚੀਜ਼ ਹੈ, ਇਹਦੇ ਨਾਲ ਤਾਂ ਬੰਦਾ ਜਿਹੜਾ ਹੈਗਾ ਉਹ ਬੜਕ ਮਾਰਦਾ ਹੈ ਤੇ ਬੰਦਾ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਦੁੱਗਣਾ ਚੌਗਣਾ ਸ਼ੋਅ ਕਰਨ ਲੱਗ ਜਾਂਦਾ ਫਿਜ਼ੀਕਲੀ, ਤੇ ਉਧਰ ਤੁਰ ਪੈਂਦੇ ਆ। ਇਹ ਸਮਾਜ ਦੀ, ਫੈਮਿਲੀਜ਼ ਦੀ, ਸਰਕਾਰ ਦੀ, ਸਾਰਿਆਂ ਦੀ ਇਕੱਠੀ ਜ਼ਿੰਮੇਵਾਰੀ ਹੈ। ਕੱਲਾ ਇੱਕ ਅਗਰ ਤੁਸੀਂ ਕਹੋ ਕਿ ਕੱਲੀ ਸਰਕਾਰ ਹੀ ਇਹ ਕੰਮ ਕਰ ਸਕਦੀ ਹੈ, ਉਹ ਚੀਜ਼ ਪੋਸੀਬਲ ਨਹੀਂ ਹੋਣੀ। ਔਰ ਸਪਲਾਈ ਲਾਈਨ ਤੋੜਨਾ ਬਹੁਤ ਜ਼ਰੂਰੀ ਹੈ। ਇੱਕ ਗੱਲ ਤਾਂ ਜਿਹੜੀ ਉਹ ਕਰਨੀ ਬਣਦੀ ਆ, ਜਿਵੇਂ ਤੁਸੀਂ ਕਿਹਾ ਕਿ ਭੁੱਕੀ ਤੇ ਅਫੀਮ ਦਾ ਮਸਲਾ, ਮੈਂ ਕਿਤੇ ਪੜ੍ਹ ਰਿਹਾ ਸੀ, ਲੋਕ ਕਹਿੰਦੇ ਕਿ ਜਿਹੜੇ ਨਾਲ ਦੇ ਸਟੇਟ ਨੇ ਜਿੱਥੇ ਲੀਗਲ ਹੈ ਉੱਥੇ ਚੱਲਦੀ ਹੈ, ਆਮ ਲੋਕ, ਠੇਕੇ ਖੁੱਲੇ ਨੇ, ਸਾਰਾ ਕੁਝ ਹੈ, ਤੇ ਜਦੋਂ ਪੰਜਾਬ ਐਂਟਰ ਕਰਦੇ ਨੇ ਲੈ ਕੇ, ਜੇ ਕੋਈ ਸਾਡਾ ਪੰਜਾਬੀ ਲੈ ਕੇ ਆਉਂਦਾ ਉਧਰੋਂ ਜਾਂ ਕੋਈ ਸਪਲਾਈ ਕਰਦਾ ਜਾਂ ਖਾਂਦੇ ਤਾਂ ਹੈਗੇ ਨੇ ਇੱਥੇ ਪੰਜਾਬ ਦੇ ਵਿੱਚ ਅੱਜ ਵੀ, ਪਰ ਉਹ 2 ਨੰਬਰ 'ਚ ਗਿਣਿਆ ਜਾਂਦਾ। ਫਿਰ ਉਹਨਾਂ ਨੂੰ NDPS ਐਕਟ ਦਾ ਸਾਹਮਣਾ ਕਰਨਾ ਪੈਂਦਾ, ਫਿਰ ਉਹ ਜੇਲ੍ਹਾਂ 'ਚ ਸੜਦੇ ਨੇ, ਮਤਲਬ ਕਿ ਇੱਕ ਵਾਰ ਤਾਂ ਕਾਨੂੰਨ ਦੇ ਸ਼ਿਕੰਜੇ 'ਚ ਫਸ ਜਾਂਦੇ ਨੇ। ਜਿਵੇਂ ਕਹਿੰਦੇ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀ ਭੰਗ ਹੈ, ਮੈਰੀਜੁਆਨਾ, ਉਹ ਲੀਗਲਾਈਜ਼ ਹੈ, ਏਦਾਂ ਸਰਕਾਰ ਨੂੰ ਇੱਥੇ ਵੀ ਲੀਗਲਾਈਜ਼ ਕਰ ਦੇਣਾ ਚਾਹੀਦਾ, ਕਿਉਂਕਿ ਜਿਹੜੇ ਕਹਿੰਦੇ ਸਿੰਥੈਟਿਕ ਨਸ਼ੇ ਨੇ ਉਹ ਬੰਦੇ ਨੂੰ ਅੰਦਰੋਂ ਖਤਮ ਕਰ ਦਿੰਦੇ ਨੇ, ਨਾਮਰਦ ਬਣਾ ਦਿੰਦੇ ਨੇ, ਜਿਹੜੀ ਪੰਜਾਬ ਦੀ ਇੱਕ ਵੱਡੀ ਸਮੱਸਿਆ ਇਹ ਵੀ ਹੈ। ਜੀ ਦੇਖੋ, ਏਦਾਂ ਹੈਗਾ ਕਿ ਜਿੱਥੇ ਜਿੱਥੇ ਮੈਰੀਜੁਆਨਾ ਜਾਂ ਦੂਸਰੀ ਚੀਜ਼ਾਂ ਜਿਹੜੀਆਂ ਹੈਗੀਆਂ ਲੀਗਲਾਈਜ਼ ਹੈ, ਉਹਨਾਂ ਦੀ ਕੁਆਂਟੀਟੀ ਵੀ ਨਿਸ਼ਚਿਤ ਹੈ। ਇਹ ਨਹੀਂ ਹੈ ਵੀ ਤੁਸੀਂ ਬੋਰੀ ਭਰ ਕੇ ਘਰੇ ਲੈ ਜਾਓ। ਉਹਦੀ ਕੁਆਂਟੀਟੀ ਨਿਸ਼ਚਿਤ ਹੋਏਗੀ ਤਾਂ ਉਹਦੇ ਨਾਲ ਕੀ ਹੋਏਗਾ, ਔਰ ਉਹਦੇ ਉੱਪਰ ਸਟ੍ਰਿਕਟ ਕੰਟਰੋਲ ਹੋਵੇ ਤਾਂ ਹੀ ਹੋ ਸਕਦਾ ਹੈ। ਇਹ ਨਹੀਂ ਹੈ ਕਿ ਤੁਸੀਂ ਠੇਕੇ ਖੋਲਦੇ ਉਸ ਤੋਂ ਬਾਅਦ ਸਾਰੀ ਦੁਨੀਆ ਉੱਧਰ ਤੁਰੀ ਫਿਰੂ ਜਾਓਗੇ। ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਸਿੰਥੈਟਿਕ ਡਰੱਗਸ ਹੈ ਉਹ ਬਹੁਤ ਹੀ ਜ਼ਿਆਦਾ ਡੇਂਜਰਸ ਹੈ। ਮੈਕਸਿਮਮ ਬੱਚੇ, ਮੈਂ ਕਈ ਵਾਰ ਦੇਖਦਾ ਸੜਕਾਂ ਦੇ ਉੱਪਰ ਲਿਟੇ ਪਏ ਲੋਕ ਜਿਹੜੇ ਹੈਗੇ ਆ, ਈਵਨ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਮੈਂ ਦੇਖਦਾ ਕਈ ਵਾਰ ਇਸ ਤਰ੍ਹਾਂ ਦੀ ਹਾਲਤ ਦੇ ਵਿੱਚ ਲੋਕ ਲਿਟੇ ਪਏ। ਉਹ ਬੱਚੇ ਜਾਈਦਾ, ਦੇਖੀਦਾ ਵੀ ਹਾਂ ਵੀ ਇਹ ਤਾਂ ਨਸ਼ੇ 'ਚ ਪੂਰਾ ਗਰਕ ਪਿਆ। ਉਹ ਹੈਗਾ ਸਿੰਥੈਟਿਕ ਡਰੱਗਸ। ਔਰ ਮੈਂ ਤੁਹਾਨੂੰ ਦੱਸਦਾ ਉਹਦੇ ਵਿੱਚ ਜਿਹੜੀਆਂ ਵਿਮਨਸ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਸਪਲਾਈ ਲਾਈਨਾਂ ਦੇ ਵਿੱਚ, ਜਾਂ ਜਿਹੜੇ ਝੁੱਗੀ ਝੋਂਪੜੀ ਕਲਸਟਰ ਜਾਂ EWS ਸੈਕਸ਼ਨ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਉਹਨਾਂ ਵੱਲੋਂ, ਜਿਹੜੇ ਵੱਡੇ ਤਸਕਰ ਹੈ, ਉਹ ਸਾਰੀਆਂ ਚੀਜ਼ਾਂ ਸਰਕਾਰਾਂ ਨੂੰ, ਖਾਸ ਤੌਰ ਪਰ ਪੁਲਿਸ ਤੰਤਰ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੈ। ਪੁਲਿਸ ਨੂੰ ਆਪਣੇ ਥਾਣੇ 'ਚ ਜਾਂ ਚੌਂਕੀ ਦੇ ਆਲੇ ਦੁਆਲੇ ਕਿੱਥੇ ਕੀ ਹੋ ਰਿਹਾ ਹੈ ਉਹ ਸਾਰੀ ਇਨਫੋਰਮੇਸ਼ਨ ਹੁੰਦੀ ਹੈ। ਬਹੁਤ ਘੱਟ ਚਾਂਸਿਸ ਹੁੰਦੇ ਆ ਕਿ ਉਹਨਾਂ ਦੇ ਅੱਖੋਂ ਉਹਲੇ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਲੰਘ ਜਾਵੇ। ਉਹਨਾਂ ਨੂੰ ਪਤਾ ਹੁੰਦਾ ਕਿ ਇਸ ਇਲਾਕੇ ਦੇ ਵਿੱਚ ਕਿਹੜੇ ਕਿਹੜੇ ਲੋਕ ਕੀ ਕੀ ਕਰ ਰਹੇ ਨੇ। ਉਹਨਾਂ ਦਾ ਰੋਜ਼ ਇਹਨਾਂ ਨਾਲ ਵਾਹ ਪੈਂਦਾ। ਤਾਂ ਇਸ ਕਰਕੇ ਉਹਨਾਂ ਦੀ ਕਮਿਟਮੈਂਟ। ਔਰ ਫਿਰ ਇੱਕ ਹੋਰ ਚੀਜ਼ ਹੈ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਦੂਸਰੀ ਸਟੇਟ ਤੋਂ ਲਿਆਉਣੇ ਆ ਤੇ ਉੱਥੇ ਲੀਗਲ ਹੈ, ਇੱਥੇ ਇਲੀਗਲ ਹੋ ਜਾਂਦੀ ਹੈ। ਉਹਦੇ ਨਾਲ ਕਰਪਸ਼ਨ ਬਹੁਤ ਫੈਲਦੀ ਹੈ। ਅਗਲਾ ਕਹਿੰਦਾ ਵੀ ਛੱਡਦੇ ਯਾਰ, ਮੈਨੂੰ ਪੈਸੇ ਦਿੰਦੇ ਆ, ਅੱਗੇ ਹੁੰਦੇ ਆ। ਉਹਦੇ ਨਾਲ ਪੁਲਿਸ ਕਰਪਸ਼ਨ ਜਾਂ ਦੂਸਰਾ ਜਿਹੜੀ ਸਰਕਾਰੀ ਮਸ਼ੀਨਰੀ ਹੈ ਉਹਦੇ ਵਿੱਚ ਕਰਪਸ਼ਨ ਵੀ ਆਉਂਦੀ ਹੈ। ਉਹਦੀ ਵਜ੍ਹਾ ਕਰਕੇ ਬਜਾਏ ਇਸਦੇ ਕਿ ਖਤਮ ਹੋਣ ਦੇ, ਬੰਦ ਹੋਣ ਦੇ, ਉਹਦੇ ਚੈਨਲ ਬਦਲ ਜਾਂਦੇ ਆ, ਯਾਨੀ ਡਿਫਰੈਂਟ ਤਰੀਕੇ ਦੇ ਨਾਲ ਉਹ ਸਾਰਾ ਹੋ ਜਾਂਦਾ, ਲੇਕਿਨ ਖਤਮ ਨਹੀਂ ਹੁੰਦਾ ਉਹਦੇ ਨਾਲ। ਸਰਕਾਰਾਂ ਨੂੰ, ਖਾਸ ਤੌਰ ਪਰ ਪੰਜਾਬ ਦੀਆਂ ਸਰਕਾਰਾਂ ਨੂੰ, ਉਹ ਪੰਜਾਬ ਜਿਹੜਾ ਕਿ ਬਹੁਤ ਹੀ ਛੋਟਾ ਸਟੇਟ ਹੈ, ਉਹਨੂੰ ਉਹਦੇ ਵਿੱਚ ਸਿਰਫ ਡਰੱਗਸ ਨੂੰ ਕੰਟਰੋਲ ਕਰਨਾ ਅਗਰ ਕਮਿਟਮੈਂਟ ਦੇ ਨਾਲ ਚੱਲਣ, ਮੈਂ ਕਹਿੰਦਾ ਕੋਈ ਔਖੀ ਗੱਲ ਨਹੀਂ ਹੈ। ਪ੍ਰੋਫੈਸਰ, ਇਹ ਕਾਰਨ ਕੀ ਹੈ? ਪਿਛਲੀਆਂ ਸਰਕਾਰਾਂ ਦਾ ਵੀ ਪੁਲਿਸ ਤੇ ਕੰਟਰੋਲ ਨਹੀਂ ਰਿਹਾ। ਉਦਾਂ ਆਪਣੇ ਕੰਮਾਂ ਨੂੰ ਤਾਂ ਬਹੁਤ ਕੰਟਰੋਲ ਹੈ, ਪਰ ਜੇ ਕ੍ਰਾਈਮ ਬੰਦ ਕਰਨਾ ਹੋਵੇ ਜਾਂ ਨਸ਼ੇ ਬੰਦ ਕਰਨੇ ਹੋਣ, ਉੱਥੇ ਨਹੀਂ ਨੱਥ ਪੈਂਦੀ ਹੈਗੀ। ਇਹਦਾ ਕੀ ਕਾਰਨ ਮੰਨਿਆ ਜਾਏ ਕਿ ਆਖਿਰਕਾਰ ਇਹੋ ਜਿਹੇ ਕਿਹੜੇ ਫੈਸਲੇ ਫਿਰ ਸਰਕਾਰ ਲਵੇ? ਹੁਣ ਕੱਲੇ ਕੱਲੇ ਦੇ ਨਾਲ ਤਾਂ ਮੁੱਖ ਮੰਤਰੀ ਸਾਹਿਬ ਜਾਂ ਮੰਤਰੀ ਸਾਹਿਬ ਜਾ ਕੇ ਬਹਿਣੋਂ ਰਹੇ, ਤੇ ਜਿਸ ਤਰੀਕੇ ਨਾਲ ਪੁਲਿਸ ਚੱਲਦੀ ਹੈ ਉਹ ਸਭ ਨੂੰ ਪਤਾ ਹੀ ਹੈ ਪੰਜਾਬ ਪੁਲਿਸ ਕੀ ਕਰਦੀ ਹੈ। ਦੇਖੋ ਜੀ, ਤੁਹਾਨੂੰ ਇਸ ਗੱਲ ਦਾ ਪਤਾ ਹੈਗਾ ਕਿ ਜਿਹੜੇ MLA ਹੈ ਪੰਜਾਬ ਦੇ, ਉਹਨਾਂ ਦੀ ਰਾਜਨੀਤੀ ਥਾਣੇ ਤੋਂ ਚੱਲਦੀ ਹੈ। ਚੱਲਦੀ, ਬਿਲਕੁਲ। ਉਹ ਇਹ ਦੇਖਦੇ ਆ ਵੀ MLA ਸਭ ਤੋਂ ਪਹਿਲਾਂ ਇਹ ਦੇਖਦਾ ਵੀ SHO ਮੇਰਾ ਹੋਣਾ ਚਾਹੀਦਾ, DSP ਮੇਰੇ ਪਸੰਦ ਦਾ ਹੋਣਾ ਚਾਹੀਦਾ, ਜਿਹੜਾ ਕਿ ਮੇਰੀ ਗੱਲ ਮੰਨੇ, ਵਿਰੋਧੀ ਧੁਰ ਦੀ ਗੱਲ ਨਾ ਮੰਨੇ।
ਉਹਦੇ ਵਿੱਚ ਕੀ ਹੁੰਦਾ ਹੈ ਕਿ ਕਈ ਵਾਰ ਐਸੇ ਬੰਦੇ ਜਿਹੜੇ ਕਿ ਜਿਨ੍ਹਾਂ ਨੇ ਚਾਹੇ ਤੁਹਾਨੂੰ ਵੋਟਾਂ ਪਾਈਆਂ ਹੈ, ਚਾਹੇ ਤੁਹਾਨੂੰ ਸਪੋਰਟ ਕੀਤਾ ਹੈ, ਚਾਹੇ ਤੁਹਾਨੂੰ ਮੋਨਿਟਰੀ ਬੈਨੀਫਿਟਸ ਦਿੱਤਾ ਹੈ ਇਲੈਕਸ਼ਨ ਦੇ ਵੇਲੇ, ਜਿਸ ਵੇਲੇ ਉਹਨਾਂ ਵਿੱਚੋਂ ਕੋਈ ਵੀ ਐਸਾ ਇਸ ਅਗਰ ਉਹਦੇ ਵਿੱਚ ਫਸ ਜਾਂਦਾ ਹੈ, ਤੁਸੀਂ ਉਹਨੂੰ ਛੁਡਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਉੱਥੇ ਤੁਹਾਡੇ ਦਿਮਾਗ 'ਚ ਇਹ ਨਹੀਂ ਹੁੰਦਾ ਵੀ ਕੀ ਕੰਮ ਕਰ ਰਿਹਾ ਹੈ, ਤੁਹਾਡੇ ਦਿਮਾਗ 'ਚ ਇਹ ਹੈ ਵੀ ਅੱਗੇ ਨੂੰ ਇਲੈਕਸ਼ਨ ਵੀ ਲੜਨਾ ਹੈ, ਇਸ ਕਰਕੇ ਮੈਂ ਤਾਂ ਇਹਦੀ ਮਦਦ ਕਰਨ ਵਾਸਤੇ ਮਜਬੂਰ ਹਾਂ। ਇਸ ਤਰ੍ਹਾਂ ਅਗਰ ਸਰਕਾਰ ਜਾਂ MLAs ਇਸ ਚੀਜ਼ ਦੇ ਵਿੱਚੋਂ ਬਾਹਰ ਨਿਕਲ ਜਾਣ ਔਰ ਪੁਲਿਸ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰੇ, ਉਹਨੂੰ ਕਰਨ ਦਿੱਤਾ ਵੀ ਜਾਵੇ, ਦੋਨੇ ਚੀਜ਼ਾਂ। ਪੁਲਿਸ ਵੀ ਇਹ ਕਹਿੰਦੀ ਹੈ ਕਿ ਅਸੀਂ ਕੀ ਕਰੀਏ ਜੀ, MLA ਚਾਹੁੰਦੇ ਆ ਜਾਂ ਪੋਲੀਟੀਸ਼ੀਅਨ ਚਾਹੁੰਦੇ ਆ, ਹੁਣ ਅਸੀਂ ਕੀ ਕਰੀਏ। ਉਹਨਾਂ ਨੂੰ ਵੀ ਕਈ ਵਾਰ ਮਜਬੂਰੀ ਦੇ ਵਿੱਚ ਐਸੇ ਕੰਮ ਕਦਮ ਉੱਪਰ ਸਾਰਾ ਮਤਲਬ ਹੈ ਢਾਂਚਾ ਜਿਹੜਾ ਹੈਗਾ ਕਿਉਂਕਿ ਖਰਾਬ ਹੋਇਆ ਪਿਆ, ਉਹਨੂੰ ਸੁਧਾਰਨ ਵਾਸਤੇ ਪੁਲਿਸ ਨੂੰ ਪੂਰੀ ਆਜ਼ਾਦੀ ਦਿਓ, ਲੇਕਿਨ ਨਾਲ ਅਕਾਊਂਟੇਬਿਲਿਟੀ ਹੋਵੇ, ਰਿਸਪੌਂਸਿਬਿਲਿਟੀ ਹੋਵੇ, ਜ਼ਿੰਮੇਵਾਰੀ ਹੋਵੇ। ਮੈਂ ਖਾਲਿਦ ਸਾਹਿਬ ਇੱਥੇ ਇੱਕ ਗੱਲ ਜੋੜਾਂ ਕਿ ਪੁਲਿਸ ਨੂੰ ਪੂਰੀ ਅਕਾਊਂਟੇਬਿਲਿਟੀ ਜਾਂ ਪੁਲਿਸ ਦੀ ਜ਼ਿੰਮੇਵਾਰੀ ਜੇਲ੍ਹਾਂ ਦੇ ਵਿੱਚ ਪੂਰੀ ਹੁੰਦੀ ਹੈ, ਉੱਥੇ ਤਾਂ ਕੋਈ ਮੰਤਰੀ ਸੰਤਰੀ ਨਹੀਂ ਜਾਂਦਾ, ਨਾ ਕੋਈ ਉਹੋ ਜਿਹੀ ਕੋਈ ਗੱਲ ਹੁੰਦੀ ਹੈ, ਫਿਰ ਉੱਥੇ ਕਿਉਂ ਨਹੀਂ ਨਸ਼ਾ ਕੰਟਰੋਲ ਹੁੰਦਾ ਪੁਲਿਸ ਤੋਂ? ਉਹ ਆਪ ਹੀ ਮੈਂ ਉਹੀ ਕਹਿਣਾ ਨਾ, ਉੱਥੇ ਕਰਪਸ਼ਨ ਹੈ। ਨਸ਼ਾ ਕੰਟਰੋਲ ਕੀ ਤੁਸੀਂ ਰੋਜ਼ ਦੇਖਦੇ ਹੋ ਕਿ ਜੀ ਇੰਨੇ ਮੋਬਾਈਲ ਫੜੇ ਗਏ, ਤੁਸੀਂ ਰੋਜ਼ ਦੇਖਦੇ ਹੋ ਕਿ ਬੰਦਾ ਪੁਲਿਸ ਉਹਦੇ ਵਿੱਚ ਜੇਲ੍ਹ ਦੇ ਵਿੱਚ ਹੈ, ਉੱਥੋਂ ਕਿਸੇ ਨੂੰ ਮਰਵਾਤਾ, ਕਤਲ ਕਰਾਤਾ। ਤੁਸੀਂ ਇਹ ਦੇਖਦੇ ਹੋ ਕਿ ਜੇਲ੍ਹ ਦੇ ਅੰਦਰ ਕੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਬਰਾਮਦ ਹੁੰਦੀਆਂ, ਉਹਦੇ ਵਿੱਚ ਕਰਪਸ਼ਨ ਹੈ। ਮੈਂ ਉਹੀ ਕਹਿਣਾ ਨਾ ਵੀ ਕਮਿਟਮੈਂਟ ਇਜ਼ ਵੈਰੀ ਇੰਪੋਰਟੈਂਟ। ਅਗਰ ਪੁਲਿਸ ਦੇ ਵਿੱਚ ਮੈਂ ਭਰਤੀ ਇਸ ਕਰਕੇ ਹੋਇਆ ਵੀ ਪੈਸੇ ਬਣਾਉਣੇ ਆ ਔਰ ਮੈਂ ਪੈਸੇ ਦੇ ਕੇ ਭਰਤੀ ਹੋਇਆ, ਤਾਂ ਫਿਰ ਤਾਂ ਰੱਬ ਹੀ ਰੱਖ ਹੈ ਸਟੇਟ ਦਾ ਜਾਂ ਕਿਸੇ ਵੀ ਪੁਲਿਸ ਤੰਤਰ ਦਾ। ਤੇ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨ ਵਾਸਤੇ ਪੁਲਿਸ ਦੀ ਕਮਿਟਮੈਂਟ ਵੀ ਔਰ ਰਿਸਪੌਂਸਿਬਿਲਿਟੀ ਵੀ, ਅਕਾਊਂਟੇਬਿਲਿਟੀ ਵੀ। ਮੇਰੇ ਥਾਣੇ ਦੇ ਵਿੱਚ ਅਗਰ ਕੋਈ ਇਸ ਤਰ੍ਹਾਂ ਦੀ ਚੀਜ਼ ਹੁੰਦੀ ਹੈ, ਆਈ ਸ਼ੁੱਡ ਬੀ ਅਕਾਊਂਟੇਬਲ ਟੂ ਦੈਟ ਇਜ਼ ਇੰਪੋਰਟੈਂਟ। ਜਿਹੜਾ ਕਿ ਨਹੀਂ ਹੋ ਰਿਹਾ, ਉੱਥੇ ਫਿਰ ਪੁਲਿਸ ਵਾਲੇ ਵੀ ਆ ਜਾਂਦੇ। ਮੈਨੂੰ ਕਿਸੇ ਦਾ ਫੋਨ ਆਉਂਦਾ ਹੈ ਕਿ ਜੀ ਫਲਾਣੇ DC ਨੂੰ ਜਾਂ ਫਲਾਣੇ SSP ਨੂੰ ਨਾ ਬਦਲਿਆ ਜਾਵੇ, ਇਸ ਕਰਕੇ ਕਿਉਂਕਿ ਮੇਰੀ ਗੱਲ ਮੰਨਦਾ, ਉਹਨੂੰ ਇੰਡੀਪੈਂਡੈਂਟਲੀ ਕੰਮ ਵੀ ਕਰਨ ਦਿਓ, ਨਾਲ ਉਹਦੀ ਅਕਾਊਂਟੇਬਿਲਿਟੀ ਵੀ ਫਿਕਸ ਕਰੋ। ਮੈਂ ਉਹਦਾ ਤੁਹਾਨੂੰ ਦੱਸ ਦਿੱਤਾ ਕਿ ਅਗਰ ਥਾਣਿਆਂ ਦੇ ਆਲੇ ਦੁਆਲੇ ਸਾਰੇ ਕੰਸਟੀਚੁਐਂਸੀ ਦੀ ਰਾਜਨੀਤੀ ਘੁੰਮਦੀ ਫਿਰਦੀ ਹੈ, ਤਾਂ ਫੇਰ ਨਹੀਂ ਇਸ ਚੀਜ਼ ਦਾ ਹੱਲ ਕੀਤਾ ਜਾ ਸਕਦਾ, ਤੁਸੀਂ ਕਿੰਨੇ ਮਰਜ਼ੀ ਟਵੀਟ ਕਰੀ ਚਲੋ। ਇਹਦੇ ਵਿੱਚ ਇੱਕ ਮੁੱਦਾ ਬੇਰੁਜ਼ਗਾਰੀ ਦਾ ਵੀ ਜੁੜਦਾ ਹੈ। ਬੇਰੁਜ਼ਗਾਰ ਅੱਜ ਵੀ ਉਵੇਂ ਹੀ ਸੜਕਾਂ ਤੇ ਘੁੰਮ ਰਹੇ ਨੇ, ਉਮੀਦ ਕਰਦੇ ਸੀ ਕਿ ਬਦਲਾਅ ਆਏਗਾ ਤੇ ਸ਼ਾਇਦ ਸਾਨੂੰ ਨੌਕਰੀਆਂ ਮਿਲ ਜਾਣਗੀਆਂ। ਸਰਕਾਰ ਵੀ ਇਹ ਗੱਲ ਮੰਨਦੀ ਹੈ ਕਿ ਬੰਦੇ ਕਈ ਬੇਰੁਜ਼ਗਾਰੀ ਦੇ ਮਾਰੇ ਵੀ ਨਸ਼ਿਆਂ ਵੱਲ ਨੂੰ ਤੁਰ ਪੈਂਦੇ ਨੇ, ਫਿਰ ਹੱਲ ਕਿਉਂ ਨਹੀਂ ਨਿਕਲਦਾ? ਗੱਲ ਫਿਰ ਹੱਲ ਤੇ ਮੁੱਕ ਜਾਂਦੀ ਆ ਕੇ। ਦੇਖੋ, ਜਿੱਥੇ ਤੱਕ ਦਾ ਬੇਰੁਜ਼ਗਾਰੀ ਦਾ ਸਵਾਲ ਹੈ, ਸਾਡੀ ਸਟੇਟ ਦੇ ਵਿੱਚ ਬੇਰੁਜ਼ਗਾਰੀ ਦੀ ਦਰ ਕਾਫੀ ਜ਼ਿਆਦਾ। ਹੁਣ ਰੀਸੈਂਟਲੀ ਸਟੇਟ ਗਵਰਨਮੈਂਟ ਨੇ ਪੋਸਟਾਂ ਕੱਢੀਆਂ ਹੈਗੀਆਂ ਔਰ ਕਿਹਾ ਵੀ ਅਸੀਂ ਹੋਰ ਪੋਸਟਾਂ ਵੀ ਕੱਢਾਂਗੇ। ਉਹਦੇ ਨਾਲ ਇੱਕ ਆਸ ਦੀ ਕਿਰਨ ਤਾਂ ਹੈ, ਅਗਰ ਇਹ ਪੂਰੀ ਤਰੀਕੇ ਦੇ ਨਾਲ ਲਾਗੂ ਹੋ ਜਾਏ ਔਰ ਇਹ ਪੋਸਟਾਂ ਭਰੀਆਂ ਜਾਣ, ਇੱਕ ਤਰ੍ਹਾਂ ਚੈਨਲਾਈਜੇਸ਼ਨ ਹੋ ਜਾਂਦੀ ਹੈ। ਲੇਕਿਨ ਬੇਰੁਜ਼ਗਾਰ ਵੀ 2-3 ਤਰ੍ਹਾਂ ਦੇ। ਇੱਕ ਤਾਂ ਬੇਰੁਜ਼ਗਾਰ ਉਹ ਹੈਗਾ ਜਿਹੜਾ ਕਿ ਪੜ੍ਹਿਆ ਲਿਖਿਆ ਹੈ, ਐਜੂਕੇਟਡ ਹੈ, ਔਰ ਉਹਨੂੰ ਤੁਸੀਂ ਰੋਜ਼ਗਾਰ ਨਹੀਂ ਦੇ ਪਾ ਰਹੇ, ਚਾਹੇ ਟੈਕਨੀਕਲੀ ਕੁਆਲੀਫਾਈਡ ਹੈ, ਚਾਹੇ ਕੋਈ MA ਕੀਤੀ ਹੋਈ ਹੈ, ਚਾਹੇ ਕੁਝ ਕੀਤਾ ਹੋਇਆ। ਦੂਸਰਾ ਹੈਗਾ ਅਨਪੜ੍ਹ ਬੇਰੁਜ਼ਗਾਰ, ਜਿਹੜਾ ਕਿ ਮਜ਼ਦੂਰੀ ਹੀ ਕਰ ਸਕਦਾ। ਤੀਸਰਾ ਉਹ ਬੇਰੁਜ਼ਗਾਰ ਹੈ, ਦੇਖੋ ਰੋਜ਼ਗਾਰ ਦਾ ਮਤਲਬ ਹੁੰਦਾ ਹੈ ਕਿ ਮੈਨੂੰ ਕੰਮ ਮਿਲੇ ਤੇ ਮੈਂ ਕੰਮ ਕਰਨਾ ਵੀ ਚਾਹਾਂ। ਕਈ ਲੋਕ ਐਸੇ ਹੈ ਜਿਹੜੇ ਕਿ ਕੰਮ ਕਰਨਾ ਹੀ ਨਹੀਂ ਚਾਹੁੰਦੇ, ਉਹ ਕਹਿੰਦੇ ਮੈਂ ਤਾਂ ਕੰਮ ਤਦ ਹੀ ਕਰੂੰਗਾ ਜੇ ਮੈਂ ਕੈਨੇਡਾ ਜਾਊਂਗਾ। ਸਾਡੇ ਇਹੋ ਜਿਹੇ ਬੇਰੁਜ਼ਗਾਰ ਵੀ ਬਹੁਤ ਹੈ। ਔਰ ਉਹ ਜਲੰਧਰ, ਚੰਡੀਗੜ੍ਹ IELTS ਦੇ ਜਿਹੜੇ ਹੈਗੇ ਕੋਰਸਿਸ ਦੇ ਮਗਰ ਤੁਰੇ ਫਿਰਦੇ ਰਹਿੰਦੇ ਆ, ਬਜਾਏ ਕਿ ਇਸਕੇ ਆਪਣੀ ਕੁਆਲੀਫਿਕੇਸ਼ਨ ਵਧਾਉਣ ਦੇ। ਉਹ ਕਹਿੰਦੇ +2 ਤੋਂ ਬਾਅਦ ਅਸੀਂ ਤਾਂ ਜੀ ਹੁਣ IELTS ਦਾ ਟੈਸਟ ਦੇਣਾ ਤੇ ਬਾਹਰ ਜਾਣਾ, ਉੱਥੇ ਬੈਂਡਾਂ ਦੇ ਮਗਰ ਤੁਰੇ ਫਿਰਦੇ ਰਹਿੰਦੇ ਆ, ਬਜਾਏ ਇਸ ਦੇ ਕੇ ਆਪਣੀ ਕੁਆਲੀਫਿਕੇਸ਼ਨ ਵਧਾਉਣ। ਜਿਹਦੀ ਵਜ੍ਹਾ ਕਰਕੇ ਕੀ ਹੁੰਦਾ ਹੈ, ਸਾਡੇ ਕਾਲਜਿਸ ਦੇ ਵਿੱਚ ਬੱਚਿਆਂ ਦੀ ਗਿਣਤੀ ਬਹੁਤ ਘੱਟ ਗਈ ਹੈ। ਕਈ ਕਾਲਜਿਸ ਨੇ ਜਦ ਦੇਖਿਆ ਬੱਚਿਆਂ ਦੀ ਗਿਣਤੀ ਘਟ ਰਹੀ ਹੈ, ਉਹਨਾਂ ਨੇ ਸਕੂਲ ਖੋਲ੍ਹ ਤੇ ਵੀ +2 ਤੋਂ ਬਾਅਦ ਤਾਂ ਇਹਨਾਂ ਨੇ ਭੱਜ ਹੀ ਜਾਣਾ, +2 ਆਪਣਾ ਤਾਂ ਇੰਸਟੀਟਿਊਸ਼ਨ ਚਲਾਈਏ। ਇਸ ਤਰ੍ਹਾਂ ਦੇ ਬੜੇ ਕੇਸ ਆਪਣੇ ਸਾਹਮਣੇ ਹੈ। ਤਾਂ ਉਹ ਬੇਰੁਜ਼ਗਾਰ ਇੱਕ ਡਿਫਰੈਂਟ ਹੈ, ਉਹਨਾਂ ਦਾ ਕੋਈ ਇਲਾਜ ਨਹੀਂ ਆਪਣੇ ਕੋਲ ਹੋ ਸਕਦਾ ਜਦ ਤੱਕ ਕਿ ਅਸੀਂ ਇੱਥੇ ਪੰਜਾਬ ਦੇ ਵਿੱਚ ਐਮਪਲੋਇਮੈਂਟ ਦੇ ਚਾਂਸਿਸ ਹੋਰ ਜਨਰੇਟ ਨਾ ਕਰੀਏ।
ਚਾਹੇ ਐਗਰੀਕਲਚਰ 'ਚ ਹੋਵੇ, ਚਾਹੇ ਇੰਡਸਟਰੀ ਦੇ ਵਿੱਚ ਹੋਵੇ, ਚਾਹੇ ਸਰਵਿਸ ਸੈਕਟਰ ਦੇ ਵਿੱਚ ਹੋਵੇ। ਸਾਡਾ ਯੂਥ ਇਹ ਸੋਚਣ ਲੱਗ ਜਾਵੇ ਨਹੀਂ ਯਾਰ ਮੈਂ ਇੱਥੇ ਵੀ ਰੋਟੀ ਕਮਾ ਸਕਦਾ, ਇੱਥੇ ਮੈਂ ਰਹਿਣ ਦੇ ਵਿੱਚ ਮੈਨੂੰ ਹੋ ਸਕਦਾ। ਅਗਰ ਮੇਰਾ ਯੂਥ ਇਹ ਸੋਚਦਾ ਹੈ ਕਿ ਇੱਥੇ ਮੈਨੂੰ ਮੇਰਾ ਭਵਿੱਖ ਹੈ ਹੀ ਨਹੀਂ, ਮੈਨੂੰ ਤਾਂ ਜਾਣਾ ਹੀ ਬਾਹਰ ਹੈ, ਉਹ ਜਿਹੜੀ ਥੋੜੀ ਬਹੁਤੀ ਜ਼ਮੀਨ ਪਈ ਹੈ ਉਹ ਜਾਂ ਗਿਰਵੀ ਰੱਖ ਕੇ ਭੱਜ ਜਾਂਦਾ ਜਾਂ ਵੇਚ ਕੇ ਭੱਜ ਜਾਂਦਾ। ਮਾਂ ਬਾਪ ਬਾਅਦ ਦੇ ਵਿੱਚ ਕੁਰਲਾਉਂਦੇ ਰਹਿੰਦੇ ਆ। ਉਹ ਜ਼ਮੀਨ ਜਿਹੜਾ ਮਾੜਾ ਜਿਹਾ ਟੋਟਾ ਹੁੰਦਾ ਵੀ ਹੈ, ਵੈਸੇ ਵੀ ਆਪਣੀ ਫਾਰਮਿੰਗ ਜਿਹੜੀ ਹੈਗੀ ਹੈ ਸਮਾਲ ਫਾਰਮਿੰਗ ਜ਼ਿਆਦਾ ਹੈ, ਉਹ ਜਿਹੜਾ ਛੋਟਾ ਜਿਹਾ ਟੋਟਾ ਹੈ ਉਹ ਵੇਚ ਕੇ ਉਹ ਤੋਂ ਵੀ ਉਧਰੋਂ ਉਹ ਨਹੀਂ ਸੈੱਟ ਹੁੰਦਾ ਤਾਂ ਇੱਥੇ ਜਿਹੜੇ ਹੈਗੇ ਆ ਉਹ ਵਿਚਾਰੇ ਗਰੀਬੀ ਦੇ ਵਿੱਚ ਹੋਰ ਜ਼ਿਆਦਾ ਮਰਦੇ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਦੇਖੋ ਅਗਰ ਤੁਸੀਂ ਕਹੋ ਇਹਨਾਂ ਨੂੰ ਇੱਕੋ ਦਿਨ 'ਚ ਕੰਟਰੋਲ ਕਰ ਸਕਦੇ ਆ, ਉਹ ਤਾਂ ਪੋਸੀਬਲ ਨਹੀਂ ਹੈ, ਲੇਕਿਨ ਸਿਰਾ ਫੜਨਾ ਪਊਗਾ। ਉਹ ਸਿਰਾ ਫੜਨ ਵਾਸਤੇ ਗਵਰਨਮੈਂਟ ਜਿਸ ਵੇਲੇ ਤੁਸੀਂ ਚੁਣਦੇ ਹੋ ਉਹਦੇ ਕੋਲ ਐਕਸਪਰਟਸ ਵੀ ਬੈਠੇ ਹੈ, ਉਹਦੇ ਕੋਲ ਬਿਊਰੋਕ੍ਰੇਸੀ ਵੀ ਹੈ, ਉਹਦੇ ਕੋਲ ਪੁਲਿਸ ਵੀ ਹੈ, ਉਹਦੇ ਕੋਲ ਜਿਹੜਾ ਹੈਗਾ ਸਾਰੇ ਡਾਟਾ ਵੀ ਹੈਗਾ। ਉਹਨੂੰ ਸਾਹਮਣੇ ਰੱਖ ਕੇ ਐਕਸਪਰਟਸ ਦੀਆਂ ਟੀਮਾਂ ਬਿਠਾ ਕੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰੇ ਸਰਕਾਰ ਹੋਰ ਕਾਹਦੇ ਵਾਸਤੇ ਹੁੰਦੀ ਹੈ? ਸਰਕਾਰ ਸਾਡੇ ਅਫੇਅਰਸ ਨੂੰ ਮੈਨੇਜ ਕਰਨ ਵਾਸਤੇ ਬਣਦੀ ਹੈ, ਔਰ ਉਹਦੇ ਵਾਸਤੇ ਸਰਕਾਰ ਉਹ ਕੰਮ ਜਿਹੜੀ ਹੈਗੀ ਹੈ ਕਰੇ ਤਾਂ ਮੈਂ ਕਹਿੰਦਾ ਕੁਛ ਨਾ ਕੁਛ ਹੱਲ ਲੱਭ ਸਕਦਾ। ਸਰਕਾਰ ਦੇ ਨਾਲ ਲੋਕ ਤੇ ਅਫਸਰਸ਼ਾਹੀ ਇਹਨਾਂ 'ਚ ਵੀ ਵਿਲ ਪਾਵਰ ਹੋਣੀ ਚਾਹੀਦੀ। ਬਿਲਕੁਲ ਕੋਆਰਡੀਨੇਸ਼ਨ, ਦੇਖੋ ਸਰਕਾਰ ਇਕੱਲਾ ਕੁਛ ਨਹੀਂ ਕਰ ਸਕਦੀ। ਬਿਲਕੁਲ। ਖਾਲਿਦ ਸਾਹਿਬ ਮੇਰਾ ਆਖਰੀ ਸਵਾਲ ਹੈ, ਮੈਂ ਅਖਬਾਰਾਂ 'ਚ ਰਿਪੋਰਟਾਂ ਪੜ੍ਹ ਰਿਹਾ ਸੀ ਕਿ ਕਹਿੰਦੇ ਕਿ ਓਟ ਸੈਂਟਰ ਖੋਲ੍ਹਣੇ ਨੇ, ਅੱਗੇ ਪਹਿਲਾਂ ਵੀ ਖੁੱਲੇ ਹੋਏ ਨੇ, ਹੁਣ ਸ਼ਾਇਦ ਕਹਿੰਦੇ 10 ਕਿਲੋਮੀਟਰ ਦੇ ਦਾਇਰੇ 'ਚ ਇੱਕੋ ਓਟ ਸੈਂਟਰ ਹੋਏਗਾ। ਤੇ ਫਿਰ ਗੱਲ ਉੱਥੇ ਹੀ ਆ ਜਾਂਦੀ ਹੈ ਕਿ ਬਿਊਪਰੋਨੋਰਫਿਨ ਜਿਹੜੀ ਉਹ ਦਵਾਈ ਸੀਗੀ ਜਿਹੜੀ ਨਸ਼ਾ ਛਡਾਉਣ ਦੇ ਲਈ ਦਿੱਤੀ ਜਾਂਦੀ ਹੈ, ਉਹਦੀ ਕਮੀ ਹੈ, 1 ਮਹੀਨੇ ਦਾ ਸਟਾਕ ਪਿਆ, ਤੇ ਇਹ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਜੁੜਦੀਆਂ। ਫਿਰ ਕੇਂਦਰ ਦੀ ਵੀ ਮਦਦ ਉਹਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਸਰਕਾਰ ਭਾਲਦੀ ਹੈ ਕਿ ਇਸ ਤਰੀਕੇ ਨਾਲ ਮਦਦ ਮਿਲੇ। ਦੇਖੋ ਏਦਾਂ ਹੈਗਾ, ਜੇ ਤੁਸੀਂ ਨਸ਼ਾ ਛੁਡਾਓ ਕੇਂਦਰ ਜਿਹੜੇ ਹੈਗੇ ਆ, ਮੈਨੇ ਐਸੇ ਵੀ ਦੇਖੇ ਜਿੱਥੇ ਲੋਕ ਲੱਗੇ ਹੋਏ ਜੀ, ਤਾਂ ਤੁਸੀਂ ਹੋਰ ਜਿਹੜੇ ਹੈਗੇ ਆ ਉਹ ਕਿਵੇਂ ਖੋਲ ਕੇ ਸੁਨਿਸ਼ਚਿਤ ਕਰੋਗੇ? ਜਿਹੜੇ ਨਸ਼ਾ ਛੁਡਾਓ ਕੇਂਦਰ ਇਸ ਵੇਲੇ ਹੈਗੇ ਆ ਉਹਨਾਂ ਨੂੰ ਪਹਿਲਾਂ ਤਾਂ ਸਟਰੈਂਥਨ ਕਰੋ ਕਿ ਉਹਨਾਂ ਵਿੱਚ ਪੂਰਾ ਸਟਾਫ ਹੋਵੇ, ਉਹਨਾਂ ਦੇ ਵਿੱਚ ਪੂਰੇ ਦਵਾਈ ਹੋਵੇ, ਐਕਸਪਰਟ ਜਿਹੜੇ ਹੈਗੇ ਆ ਸਾਈਕੋਲੋਜਿਸਟ ਹੋਣ, ਕਾਉਂਸਲਰ ਹੋਣ। ਪਹਿਲਾਂ ਤਾਂ ਉਹਨਾਂ ਨੂੰ ਸਟਰੈਂਥਨ ਕਰੋ। ਉਹਨਾਂ ਨੂੰ ਸਟਰੈਂਥਨ ਕਰਨ ਤੋਂ ਬਾਅਦ ਤੁਸੀਂ ਸੋਚੋ ਕਿ ਹੋਰ ਅਸੀਂ ਖੋਲੀਏ, ਕਿੰਨੇ ਕੁ ਖੋਲਣ ਦੀ ਲੋੜ ਹੈ ਜਾਂ ਨਹੀਂ ਹੈ। ਤੁਸੀਂ ਹੋਰ ਜ਼ਿਆਦਾ ਖੋਲ ਲਓ, ਉਹਨਾਂ ਦੇ ਵਿੱਚ ਫਿਰ ਉਹੀ ਹਾਲ ਹੋਵੇ। ਉਹਨਾਂ ਵਾਸਤੇ ਤੁਹਾਨੂੰ ਬਿਲਡਿੰਗਾਂ ਵੀ ਚਾਹੀਦੀਆਂ, ਉਹਦੇ ਵਾਸਤੇ ਤੁਹਾਨੂੰ ਇਨਫਰਾਸਟਰਕਚਰ ਵੀ ਚਾਹੀਦਾ, ਉਹਦੇ ਵਾਸਤੇ ਤੁਹਾਨੂੰ ਡਾਕਟਰਸ ਵੀ ਚਾਹੀਦੇ ਆ, ਦਵਾਈਆਂ ਵੀ ਚਾਹੀਦੀਆਂ। ਉਹ ਸਾਰਾ ਕੁਝ ਕਰਨ ਦੀ ਬਜਾਏ ਤੁਸੀਂ ਜਿਹੜੇ ਇਸ ਵੇਲੇ ਐਗਜ਼ਿਸਟਿੰਗ ਹੈ ਪਹਿਲਾਂ ਉਹਨਾਂ ਨੂੰ ਇਸ ਤਰ੍ਹਾਂ ਬਣਾਓ ਕਿ ਸੁਚਾਰੂ ਢੰਗ ਦੇ ਨਾਲ ਚੱਲਣ ਤੇ ਉਹਨਾਂ ਵਿੱਚੋਂ ਕੁਝ ਰਿਜ਼ਲਟ ਆਉਣ। ਹਜੇ ਤਾਂ ਉਹਨਾਂ ਵਿੱਚੋਂ ਕੋਈ ਰਿਜ਼ਲਟ ਨਹੀਂ ਆ ਰਹੇ, ਬਜਾਏ ਇਸਦੇ ਕਿ ਉੱਥੇ ਨਸ਼ਾ ਛੁਡਾਉਣ ਲੋਕਾਂ ਪਰ ਤਸੀਹੇ ਹੁੰਦੇ ਆ, ਲੋਕ ਉੱਥੋਂ ਭੱਜਦੇ ਆ। ਉੱਥੇ ਜਿਵੇਂ ਕਿ ਪਹਿਲਾਂ ਆਪਾਂ ਇਸ ਚੀਜ਼ ਦੇ ਬਾਰੇ ਸੰਕੇਤ ਦੇ ਚੁੱਕੇ ਹਾਂ, ਜੋ ਹਾਲਤ ਹੈ। ਪਹਿਲੀ ਚੀਜ਼ ਜਿਹੜੇ ਐਗਜ਼ਿਸਟਿੰਗ ਕੇਂਦਰ ਹੈਗੇ ਆ ਇਸ ਵੇਲੇ ਮੌਜੂਦ ਹੈ ਉਹਨਾਂ ਨੂੰ ਸਟਰੈਂਥਿੰਗ ਕਰੋ, ਉਹਨਾਂ 'ਚ ਕਿਸੇ ਚੀਜ਼ ਦੀ ਕਮੀ ਨਾ ਹੋਵੇ। ਉਸ ਤੋਂ ਬਾਅਦ ਤੁਸੀਂ ਦੇਖੋ ਹੋਰ ਲੋੜ ਹੈ, ਅਦਰਵਾਈਜ਼ ਫਾਲਤੂ ਹੋਰ ਖੋਲਣ ਦੀ ਕੋਈ ਲੋੜ ਨਹੀਂ ਹੈ। ਜੀ, ਮੈਂ ਜਾਂਦੇ ਮੇਰੇ ਧਿਆਨ ਵਿੱਚ ਆਇਆ ਕਿ ਪਿਛਲੀ ਸਰਕਾਰ ਵੇਲੇ ਕੈਪਟਨ ਸਾਹਿਬ ਦੇ ਅੱਗੇ ਝੋਲੀਆਂ ਅੱਡ ਕੇ ਕਿਹਾ ਜਾਂਦਾ ਸੀ ਕਿ ਕੈਪਟਨ ਸਾਹਿਬ ਹੱਲ ਕਰੋ ਨਸ਼ੇ ਵਾਲਿਆਂ ਦਾ। ਉਹ ਕਹਿੰਦੇ ਸੀ ਅਸੀਂ ਲੱਕ ਤੋੜਨ ਦੀ ਗੱਲ ਕੀਤੀ ਤੇ ਲੱਕ ਹੀ ਤੋੜਿਆ, ਜਿੰਨਾ ਕੁ ਟੁੱਟਿਆ ਕਹਿੰਦੇ ਸਾਡੇ ਤੋਂ। ਇਹ ਵੀ ਕਹਿੰਦੇ ਸੀ ਕਿ ਅਸੀਂ ਨਸ਼ੇ ਦਾ ਖਾਤਮਾ ਕਰ ਦੇਣਾ, ਪਰ ਗੱਲ ਸਿਰਫ ਕਿਤੇ ਇਹ ਨਾ ਹੋਵੇ ਕਿ ਐਲਾਨਾਂ ਤੇ ਫੈਸਲਿਆਂ ਤੱਕ ਹੀ ਸੀਮਤ ਰਹਿ ਜੇ। ਦੇਖੋ ਤੁਸੀਂ ਇਹ ਬਹੁਤ ਅੱਛੀ ਗੱਲ ਕੀਤੀ ਹੈ ਕਿ ਸਰਕਾਰਾਂ ਆਉਂਦੀਆਂ, ਸਰਕਾਰਾਂ ਚਲੀਆਂ ਜਾਂਦੀਆਂ, ਸਰਕਾਰ ਵਾਅਦੇ ਕਰਦੀਆਂ ਪੂਰੇ ਨਹੀਂ ਕਰ ਪਾਉਂਦੀਆਂ, ਉਸਕੇ ਬਾਅਦ ਇਲੈਕਸ਼ਨ ਵੇਲੇ ਲੋਕ ਕਿਸੇ ਹੋਰ ਨੂੰ ਮੌਕਾ ਦੇ ਦਿੰਦੇ ਆ, ਜਿਵੇਂ ਐਤਕੀ ਦਿੱਤਾ। ਤੁਸੀਂ ਬਦਲਾਵ ਦੀ ਗੱਲ ਕੀਤੀ ਹੈ ਕਿ ਲੋਕ ਇੱਕ ਬਦਲਾਵ ਦੀ ਸਰਕਾਰ ਲੈ ਕੇ ਆਏ। ਦੇਖੋ ਆਮ ਆਦਮੀ ਪਾਰਟੀ ਨੇ ਜਿੱਥੇ ਤੱਕ ਐਡਮਿਨਿਸਟ੍ਰੇਸ਼ਨ ਦਾ ਸਵਾਲ ਹੈ ਉਹਨਾਂ ਕੋਲ ਕੋਈ ਤਜਰਬਾ ਨਹੀਂ ਸੀਗਾ ਪੰਜਾਬ ਦੇ ਵਿੱਚ ਖਾਸ ਤੌਰ ਤੇ, ਲੇਕਿਨ ਲੋਕਾਂ ਨੇ ਕਿਹਾ ਕਿ ਨਹੀਂ ਯਾਰ ਇਹ ਪਾਰਟੀ ਨੂੰ ਇਦਾਂ ਲੱਗਦਾ ਹੈਗਾ ਕਿ ਬਦਲਾਵ ਲਿਆ ਕੇ ਇਹ ਕੁਝ ਪੰਜਾਬ ਦੇ ਵਾਸਤੇ ਕਰ ਸਕਦੀ ਹੈ। ਔਰ ਪਿਛਲੀਆਂ ਸਰਕਾਰਾਂ ਨਹੀਂ ਕਰ ਸਕੀਆਂ, ਲੋਕਾਂ ਨੇ ਟ੍ਰੈਡੀਸ਼ਨਲ ਪੋਲੀਟੀਕਲ ਪਾਰਟੀਜ਼ ਨੂੰ ਰਿਜੈਕਟ ਕਰਕੇ ਇੱਕ ਨਵਾਂ ਐਕਸਪੈਰੀਮੈਂਟ ਕੀਤਾ। ਇਸ ਨਵੇਂ ਐਕਸਪੈਰੀਮੈਂਟ
ਦੇ ਵਿੱਚ ਜਿਹੜੇ ਲੋਕ ਅੱਗੇ ਆਏ ਹੈ, ਚਾਹੇ ਉਹ CM ਹੈ, ਚਾਹੇ ਉਹ ਮੰਤਰੀ ਹੈ, ਉਹਨਾਂ ਨੂੰ ਕੁਛ ਨਾ ਕੁਛ ਕਰਕੇ ਦਿਖਾਉਣਾ ਪਏਗਾ। ਅਗਰ ਨਹੀਂ ਕਰਦੇ ਤਾਂ ਲੋਕਾਂ ਨੇ ਇਹਨਾਂ ਨੂੰ ਵੀ ਸਮੇਂ ਤੋਂ ਪਹਿਲਾਂ ਰਿਜੈਕਟ ਕਰਨਾ ਸ਼ੁਰੂ ਕਰ ਦੇਣਾ। ਸਮੇਂ ਤੋਂ ਪਹਿਲਾਂ ਮੈਂ ਕਹਿ ਰਿਹਾ, ਅਗਲੇ ਇਲੈਕਸ਼ਨ ਦੀ ਵੇਟ ਨਹੀਂ ਕਰਨੀ, ਕਿਉਂਕਿ ਲੋਕਾਂ ਨੇ ਜਿਸ ਤਰੀਕੇ ਦੇ ਨਾਲ 92 ਸੀਟਾਂ ਦਿੱਤੀਆਂ, ਉਹਨਾਂ ਦੀ ਜਿਹੜੀ ਹੈਗੀ ਹੈ ਇਹ ਵੀ ਬਹੁਤ ਹੈ ਕਿ ਉਮੀਦ ਵੀ ਬਹੁਤ ਹੈ ਕਿ ਇਹ ਕੁਛ ਕਰੂਗੀ। ਅਗਰ ਨਹੀਂ ਕੀਤਾ ਤਾਂ ਲੋਕਾਂ ਨੇ ਆਪੋਜੀਸ਼ਨ ਕਰਨੇ ਵੀ ਬੜੀ ਜਲਦੀ ਸ਼ੁਰੂ ਕਰ ਦੇਣੀ ਹੈ। ਹਜੇ ਤਾਂ ਲੋਕ ਸਿਰਫ ਵੇਟ ਕਰ ਰਹੇ ਹੈ, ਜਿਹਨੂੰ ਕਹਿੰਦੇ ਹਨੀਮੂਨ ਪੀਰੀਅਡ ਦਾ। ਔਰ ਸਰਕਾਰ ਵੀ ਇਹ ਕਹਿ ਰਹੀ ਹੈ ਕਿ ਸਾਨੂੰ ਥੋੜਾ ਸਾ ਸਮਾਂ ਦਿਓ, ਲੇਕਿਨ ਉਹ ਥੋੜਾ ਸਮਾਂ ਥੋੜਾ ਹੀ ਹੋਣਾ ਚਾਹੀਦਾ ਹੈ, ਇਹ ਨਹੀਂ ਉਹ ਥੋੜਾ ਸਮਾਂ ਐਕਸਟੈਂਡ ਹੁੰਦਾ ਚਲਾ ਜਾਵੇ। ਸਹੀ ਗੱਲ। ਸ਼ੁਕਰੀਆ ਖਾਲਿਦ ਸਾਹਿਬ, ਧੰਨਵਾਦ ਤੁਹਾਡਾ। ਥੈਂਕ ਯੂ, ਮਿਹਰਬਾਨੀ। तो मेरे नाल मौजूद सन उगे सियासी माहर प्रोफैसर मुहम्मद खालिद। ट्वीट किया मुख मंत्री भगवंत मान ने ते उन्होंने अगों रीट्वीट कर दिता अरविंद केजरीवाल होरां ने। सवाल खड़े होण लग जांदे ने कि किते ये ना होवे कि इन्हां मसलियां नूं सिर्फ ऐलानां तक सीमित रख के मुड़ के अखबारां विच इश्तिहार आ जाण ते ओहदा फायदा तुसीं गुजरात जां हिमाचल जिवें कहंदे कि पंजाब दी पिठ ते पैर धर के उपर जाण दी कोशिश ये ना होवे। चंगा फैसला सरकार दा होएगा तां ओह स्वागतयोग होएगा। माँ प्यो भी चाहुंदे ने कि उन्हां दे बच्चे वापसी करन ते जिहड़े बच्चे नशे करदे ने उन्हां नूं भी चाहीदा कि थोड़ा परिवारां वल ध्यान देण। अपने विचार कमेंट जरूर करियो। तख्त पंजाब नूं सबसक्राइब करो। मैनूं इजाजत दिओ। धन्नवाद।